ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾਤਾਰ। ਹਉ ਮੈਂ ਗਰਭ ਨਿਵਾਰਿਐ ਕਾਮ ਕ੍ਰੋਧ ਅਹੰਕਾਰ। ਲਬ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ। ਐਨਿਸ ਨਵ ਤਨ ਨਿਰਮਲਾ ਮੈਲਾ ਕਬੂ ਨਾ ਹੋਏ। ਨਾਨਕ ਇਹ ਬਿਦ ਛੁਟੀਐ ਨਦਰ ਤੇਰੀ ਸੁਖ ਹੋਏ। ਨਾਨਕ ਇਹ ਬਿਦ ਛੁਟੀਐ ਨਦਰ ਤੇਰੀ ਸੁਖ ਹੋਏ। ਪਰਮ ਸਤਿਕਾਰਯੋਗ ਸਾਹਿਬੇ ਇਕਬਾਲ, ਸਾਹਿਬੇ ਕਮਾਲ, ਸਾਹਿਬੇ ਜਲਾਲ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਧਰਮਸਾਲ ਦੀ ਜੁਗਤ ਨੂੰ ਜ਼ਿੰਦਗੀ ਵਿੱਚ ਸਮਝਣ ਅਤੇ ਕਮਾਉਣ ਵਾਸਤੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਤ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਾਸਰੋ ਮਨਸੂਰ ਇਜ਼ਦੀ ਮੰਜ਼ੂਰ ਹਕਰਾ ਗੰਜੂਰ ਜੁਮਲਾ ਫੈਜ਼ ਨੂਰ फायजुल अनवार काशफुल असरार बेकसारा यार कादरे हरकार खजाने हर गंज बेरहमे हर रंज खालसो बेकीना हक हक आईना हक हक अगाह शाह शहन शाह बादशाह दरवेश हक हक अंदेश साहिबे कमाल सरबंसदानी ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰ ਚੇਲਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਹੀਂ ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ। ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ। ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਬਾ ਸਤਕਾਰ ਵਾ ਪਿਆਰ ਵਾ ਬੈਰਾਗ ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਿਆਰ ਸਤਿਕਾਰ ਅਤੇ ਬੈਰਾਗ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਇਸ ਗੁਰੂ ਦੀ ਕਿਰਪਾ ਨਾਲ ਪ੍ਰੋਗਰਾਮ ਨੂੰ ਜੋ ਟਾਈਟਲ ਬਖਸ਼ ਕੀਤਾ ਹੈ ਉਹ ਹੈ ਧਰਮਸਾਲ। तो मैं हथ जोड़ के बेनती कर देना चाहना, पता भी होना चाहिए भी धर्मसाल कहते किनू। आओ गुरु कृपा करे, गुरु बख्शिश करे, गुरु कृपालता करे। मैं आप जी नूं पहले दिन दे दीवान विच
ਇਹ ਗੱਲ ਗੁਰੂ ਦੀ ਕਿਰਪਾ ਨਾਲ ਤੁਛ ਬੁੱਧੀ ਮੁਤਾਬਕ ਕਹੀ ਸੀ ਕਿ ਸੰਸਾਰ ਵਿੱਚ ਜਿੱਥੇ ਕਿਸੇ ਕਾਗਜ਼ ਤੇ ਕਿਸੇ ਦੇਸ਼ ਦੀ ਕਰੰਸੀ ਘੜੀ ਜਾਂਦੀ ਹੈ ਉਸ ਨੂੰ ਟਕਸਾਲ ਕਹਿੰਦੇ ਨੇ। ਅਗਰ ਇਸ ਕਾਗਜ਼ ਤੇ ਇਸ ਦੇਸ਼ ਦੀ ਮੋਹਰ ਨਾ ਹੋਵੇ ਤਾਂ ਇਸ ਕਾਗਜ਼ ਨੂੰ ਕੋਈ 50 ਪੈਸੇ ਵੀ ਹਿੰਦੁਸਤਾਨ ਵਿੱਚ ਲੈਣ ਨੂੰ ਤਿਆਰ ਨਹੀਂ ਹੈ। ਕੇਵਲ ਇਹਦੇ ਤੇ ਇੱਕ ਮੋਹਰ ਲੱਗ ਗਈ ਹੈ, ਉਸ ਮੋਹਰ ਨੇ ਇਸ ਨੂੰ 55-56 ਰੁਪਏ ਦਾ ਬਣਾ ਦਿੱਤਾ ਹੈ। ਜਿੱਥੇ ਆਮ ਕਾਗਜ਼ ਤੇ ਕਿਸੇ ਕੰਟਰੀ ਦੀ ਮੋਹਰ ਲਾ ਕੇ ਕਰੰਸੀ ਘੜੀ ਜਾਂਦੀ ਹੈ ਉਸ ਨੂੰ ਟਕਸਾਲ ਕਹਿੰਦੇ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਜਿੱਥੇ ਬਾਜ਼ਾਰ ਵਿੱਚੋਂ ਕੱਚੀਆਂ ਸਬਜ਼ੀਆਂ ਤੇ ਸਟੋਰਾਂ ਵਿੱਚੋਂ ਰਾਸ਼ਨ ਲਿਆ ਕੇ 36 ਪ੍ਰਕਾਰ ਦੇ ਭੋਜਨ ਬਣਾਏ ਜਾਂਦੇ ਨੇ ਉਹਨੂੰ ਪਾਕਸਾਲ ਕਹਿੰਦੇ ਨੇ। ਜਿੱਥੇ ਵੀ ਸੰਸਾਰ ਵਿੱਚੋਂ ਕੱਚੀਆਂ ਸਬਜ਼ੀਆਂ ਜਾਂ ਸਟੋਰਾਂ ਵਿੱਚੋਂ ਰਾਸ਼ਨ ਆਟਾ ਵਗੈਰਾ ਇਹ ਲਿਆਇਆ ਜਾਏਗਾ ਉਸ ਨੂੰ ਜਦੋਂ ਆਣ ਕੇ ਕਿਧਰੇ ਸਵਾਦੀ 36 ਪ੍ਰਕਾਰ ਦਾ ਭੋਜਨ ਬਣਾਇਆ ਜਾਏਗਾ ਉਸ ਨੂੰ ਗੁਰੂ ਦੀ ਕਿਰਪਾ ਨਾਲ ਪਾਕਸਾਲ ਕਹਿੰਦੇ ਨੇ। ਸਤਿਗੁਰੂ ਨੇ ਉਹਨੂੰ ਬਾਣੀ ਵਿੱਚ ਬਖਸ਼ਿਸ਼ ਕੀਤਾ, ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਉਹਨੂੰ ਪਾਕਸਾਲ ਕਹਿੰਦੇ ਨੇ ਉਸ ਜਗ੍ਹਾ ਨੂੰ। ਤਾਂ ਮੈਂ ਇਹ ਵੀ ਅਰਜ਼ ਕਰ ਦੇਣਾ ਚਾਹੁੰਦਾ ਜਿੱਥੇ ਸੰਸਾਰ ਦੇ ਇਲਿਟਰੇਟ ਬੱਚੇ ਪੜ੍ਹਾ ਕੇ ਡਾਕਟਰ, ਇੰਜੀਨੀਅਰ, ਆਲਮ ਫਾਜ਼ਲ, ਪ੍ਰੋਫੈਸਰ ਬਣਾਏ ਜਾਂਦੇ ਨੇ ਉਸ ਜਗ੍ਹਾ ਨੂੰ ਚਾਟਸਾਲ ਕਹਿੰਦੇ ਨੇ। ਜਿੱਥੇ ਇਲਿਟਰੇਟ ਬੱਚੇ ਜਿਹੜੇ ਨੇ ਗੁਰੂ ਦੀ ਕਿਰਪਾ ਨਾਲ ਪੜ੍ਹਾਏ ਜਾਂਦੇ ਨੇ, ਪ੍ਰੋਫੈਸਰ ਬਣਾਏ ਜਾਂਦੇ ਨੇ, ਡਾਕਟਰ ਪੜ੍ਹਾਏ ਜਾਂਦੇ ਨੇ, ਇੰਜੀਨੀਅਰ ਬਣਾਏ ਜਾਂਦੇ ਨੇ ਉਹਨੂੰ ਚਾਟਸਾਲ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੱਲ ਨੂੰ ਚੰਗੀ ਤਰ੍ਹਾਂ ਖੋਲਦੇ ਨੇ। ਪੜ੍ਹਨ ਪਠਾਇਆ ਚਾਟਸਾਲ ਪਾਂਦੇ ਚਿਤ ਹੋਆ ਅਹਿਲਾਦ। ਬਾਬਾ ਪ੍ਰਹਲਾਦ ਨੂੰ ਜਦੋਂ ਸਕੂਲ ਭੇਜਿਆ ਗਿਆ ਉਸ ਨੂੰ ਚਾਟਸਾਲ ਕਹਿੰਦੇ ਨੇ। ਆਓ ਗੁਰੂ ਕੋਲੋਂ ਪੁੱਛੀਏ ਸੱਚੇ ਪਾਤਸ਼ਾਹ ਧਰਮਸਾਲ ਕਿਸ ਨੂੰ ਕਹਿੰਦੇ ਨੇ? ਤੋ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਧਰਮਸਾਲ ਦੀ ਵਿਆਖਿਆ ਸਤਿਗੁਰੂ ਨੇ ਆਪ ਕੀਤੀ ਹੈ। ਇਸ ਵਾਸਤੇ ਜਿਹੜੀ ਤੁਸੀਂ ਜਗ੍ਹਾ ਗੁਰੂ ਦੀ ਕਿਰਪਾ ਨਾਲ ਜਿਹੜਾ ਮਿਸ਼ਨ ਤੁਸੀਂ ਲੈ ਕੇ ਚੱਲਣ ਲੱਗੇ ਹੋ ਕਮ ਸੇ ਕਮ ਆਪਣੇ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਮਿਸ਼ਨ ਦਾ ਲਕਸ਼ ਪਤਾ ਹੋਣਾ ਚਾਹੀਦਾ ਵੀ ਧਰਮਸਾਲ ਹੈ ਕੀ। ਧਰਮਸਾਲ ਕਹਿੰਦੇ ਕਿਹਨੂੰ ਨੇ? ਮੈਂ ਅਰਜ਼ ਕਰ ਦੇਣਾ ਚਾਹੁੰਦਾ ਜਿੱਥੇ ਖੋਟੀ ਮਤ ਮਨਮਤ ਜਿਹੜੀ ਹੈ ਗੁਰਮਤ ਬਣਾਈ ਜਾਂਦੀ ਹੈ, ਜਿੱਥੇ ਚੰਚਲ ਮਨ ਨੇਚਲ ਬਣਾਇਆ ਜਾਂਦਾ ਹੈ, ਜਿੱਥੇ ਸਹਿਸਾ ਸਹਿਜ ਵਿੱਚ ਬਦਲਿਆ ਜਾਂਦਾ ਹੈ ਉਸ ਨੂੰ ਧਰਮਸਾਲ ਕਹਿੰਦੇ ਨੇ। ਮੈਂ ਫਿਰ ਦੁਹਰਾ ਦੇਵਾਂ, ਗੱਲ ਕੁਝ ਆਪ ਜੀ ਦੀ ਪਕੜ ਵਿੱਚ ਆ ਜਾਏ ਤੇ ਮੇਰੇ ਵੀ ਨਿਸ਼ਚੇ ਵਿੱਚ ਹੋ ਜਾਏ। ਜਿੱਥੇ ਸੰਸੇ ਸਹਿਜ ਵਿੱਚ ਬਦਲ ਜਾਣ, ਜਿੱਥੇ ਮਨ ਦੀ ਚੰਚਲਤਾਈ ਨਿਸ਼ਚਲ ਵਿੱਚ ਬਦਲ ਜਾਏ, ਜਿੱਥੇ ਮਨਮਤ ਗੁਰਮਤ ਵਿੱਚ ਬਦਲ ਜਾਏ ਉਸ ਨੂੰ ਧਰਮਸਾਲ ਕਹਿੰਦੇ ਨੇ। ਇਹ ਹੈ ਧਰਮਸਾਲ ਦੀ ਕਾਢਤ। ਇੱਥੇ ਆਣ ਕੇ ਗੁਰੂ ਦੀ ਕਿਰਪਾ ਨਾਲ ਇਹ ਕੁਝ ਬਣੇਗਾ। ਅਗਰ ਇਹ ਕੰਮ ਕਰਨ ਵਾਸਤੇ ਮਨ ਵਿੱਚ ਉਮੰਗ ਆਈ ਹੈ ਤਾਂ ਲਕਸ਼ ਪਤਾ ਹੋਣਾ ਚਾਹੀਦਾ ਵੀ ਕਰਨਾ ਕੀ ਹੈ, ਧਰਮਸਾਲ ਹੈ ਕੀ। ਕੇ ਕੱਢਨੇ ਕਰੰਸੀ ਕੱਢਣੀ ਸੌਖੀ ਹੈ ਤੇ ਗੁਰੂ ਅੰਦਰ ਖਾਸ਼ ਹੋਵੇ, ਇਹ ਚਾਹ ਹੋਵੇ ਕਿ ਸਤਿਗੁਰੂ ਮੈਂ ਇਸ ਜਨਮ ਵਿੱਚ ਆਪਣੇ ਮਨ ਨੂੰ ਕੱਢਣਾ ਚਾਹੁੰਦਾ ਹਾਂ। ਮੈਨੂੰ ਚੰਚਲਤਾ ਵਿੱਚੋਂ ਆ ਕੇ ਆਪ ਜੀ ਦੀ ਗੱਲ ਵੀ ਪਕੜ ਵਿੱਚ ਹੋ ਜਾਏ, ਕੁਝ ਸਮਝ ਆ ਜਾਏ ਤੇ ਮੈਂ ਪਤੰਗ ਲਿਆਂਦੀ ਬਾਜ਼ਾਰ ਵਿੱਚੋਂ ਤੇ ਅਸਮਾਨ ਵਿੱਚ ਚੜਾਉਣੀ ਚਾਹੀਏ। ਸਤਿਗੁਰੂ ਨੇ ਬਾਣੀ 'ਚ ਲਿਖਿਆ ਤੇ ਪਤੰਗ ਭਾਵੇਂ ਕਿੰਨੀ ਚੰਗੀ ਹੋਵੇ, ਅਸਮਾਨ ਦੀਆਂ ਉਚਾਈਆਂ ਵਿੱਚ ਉੱਡਣ ਵਾਸਤੇ ਪਤੰਗ ਨੂੰ ਸਭ ਤੋਂ ਪਹਿਲਾਂ ਤਲਾਵਾਂ ਦੀ ਲੋੜ ਹੈ। ਸਭ ਤੋਂ ਪਹਿਲਾਂ
ਔਰ ਮੈਂ ਇਹ ਵੀ ਬੇਨਤੀ ਕਰਾਂ ਜਿਹੜੇ ਲੋਕ ਪਤੰਗ ਉਡਾਉਂਦੇ ਨੇ, ਤਲਾਵਾਂ ਪਾਣੀਆਂ ਹਰ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ, ਬੜੀ ਸੂਝ ਮੰਗਦੀਆਂ ਨੇ, ਉਹਦੀ ਕੋਈ ਦੂਰੀ ਦਾ ਹਿਸਾਬ ਹੈ। ਸ਼ਾਇਦ ਕਦੀ ਜ਼ਿੰਦਗੀ 'ਚ ਬੜੀ ਡੂੰਘਾਈ ਨਾਲ ਗੁਰੂ ਦੀ ਕਿਰਪਾ ਨਾਲ ਆਪ ਜੀ ਨੇ ਕਿਸੇ ਗੱਲ ਨੂੰ ਦੇਖਿਆ ਹੋਵੇ। ਹਰ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ ਪਤੰਗ ਨੂੰ ਤਲਾਵਾਂ ਪਾਉਣਾ। ਪਰ ਪਤੰਗ ਹੈ ਕਿ ਇੱਕ ਵੱਡੇ ਟੁਕੜੇ ਨਾਲੋਂ ਛੋਟਾ ਜਿਹਾ ਟੁਕੜਾ ਕੱਟ ਕੇ ਬਣਾਇਆ ਗਿਆ। ਇਹ ਪਰਮਾਤਮਾ ਰੂਪੀ ਬਹੁਤ ਵੱਡੇ ਟੁਕੜੇ ਨਾਲੋਂ ਮੇਰੀ ਤੁਹਾਡੀ ਜੀਵਾਤਮਾ ਦੀ ਪਤੰਗ ਇੱਕ ਟੁਕੜਾ ਹੈ। ਜਿਵੇਂ ਪਤੰਗ ਵਿੱਚ ਇੱਕ ਸਾਹਮਣੇ ਸਿੱਧਾ ਤੀਰ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ, ਇਸੇ ਤਰ੍ਹਾਂ ਹੀ ਮੇਰਾ ਤੁਹਾਡਾ ਸਰੀਰ ਹੈ। ਇਸ ਨੂੰ ਦੋ ਤਲਾਵਾਂ ਸਭ ਤੋਂ ਪਹਿਲਾਂ ਚਾਹੀਦੀਆਂ ਨੇ। ਪਹਿਲੀ ਹੈ ਵਿਵੇਕ ਦੀ, ਦੂਸਰੀ ਹੈ ਬੈਰਾਗ ਦੀ। ਅਗਰ ਵਿਵੇਕ ਨਹੀਂ ਹੋਏਗਾ ਤੇ ਬੈਰਾਗ ਨਹੀਂ ਹੋਏਗਾ, ਇਹ ਜੀਵਨ ਦੀ ਗੁੱਡੀ ਪ੍ਰਮਾਤਮਾ ਦੇ ਆਕਾਸ਼ ਅਸਮਾਨ ਵੱਲ ਕਦੀ ਨਹੀਂ ਚੜ੍ਹੇਗੀ। ਸਵਾਲ ਹੀ ਪੈਦਾ ਨਹੀਂ ਹੋ ਸਕਦਾ, ਕਦੀ ਨਹੀਂ ਜਾਏਗੀ। ਇਸ ਜੀਵਨ ਦੀ ਸੁਰਤ ਰੂਪੀ ਪਤੰਗ ਨੂੰ ਪਹਿਲਾਂ ਵਿਵੇਕ ਚਾਹੀਦਾ ਹੈ ਤੇ ਨਾਲ ਬੈਰਾਗ ਚਾਹੀਦਾ ਹੈ। ਇਹ ਇਕੱਠੇ ਚੱਲਣਗੇ। ਬੁੱਧੀ ਵਿੱਚ ਵਿਵੇਕ ਆ ਜਾਏ, ਮਨ ਵਿੱਚ ਬੈਰਾਗ ਆ ਜਾਏ। ਜਿਸ ਤਰ੍ਹਾਂ ਦੋ ਕਦਮ ਅਸੀਂ ਸਰੀਰ ਦੇ ਲੈ ਕੇ ਟੁਰਦੇ ਹਾਂ, ਇੱਕ ਕਦਮ ਨਾਲ ਕੋਈ ਯਾਤਰਾ ਤੈਅ ਨਹੀਂ ਹੁੰਦੀ। ਜਾਂ ਦੋਨੋਂ ਕਦਮ ਇਕੱਠੇ ਕਰਕੇ ਵੀ ਪੈਰ ਕੋਈ ਬਹੁਤਾ ਤੇਜ਼ ਨਹੀਂ ਟੁਰਿਆ ਜਾਂਦਾ। ਇੱਕ ਅੱਗੇ ਜਾਂਦਾ, ਇੱਕ ਪਿੱਛੇ ਹੁੰਦਾ, ਇੱਕ ਅੱਗੇ ਜਾਂਦਾ, ਇੱਕ ਪਿੱਛੇ ਹੁੰਦਾ। ਇਸੇ ਤਰ੍ਹਾਂ ਹੀ ਬੁੱਧੀ ਵਿੱਚ ਵਿਵੇਕ ਆ ਜਾਏ, ਮਨ ਵਿੱਚ ਵੈਰਾਗ ਆਵੇ, ਇਹ ਸਫ਼ਰ ਪ੍ਰਮਾਤਮਾ ਵਾਲੇ ਪਾਸੇ ਟੁਰੇਗਾ, ਨਹੀਂ ਤੇ ਨਹੀਂ ਟੁਰੇਗਾ, ਬਿਲਕੁਲ ਨਹੀਂ ਟੁਰੇਗਾ। ਤਾਂ ਮੈਂ ਇਹ ਆਪ ਜੀ ਨੂੰ ਬੇਨਤੀ ਕਰਾਂ, ਅਗਰ ਇਹ ਨਹੀਂ ਹੋਏਗਾ, ਇਹਨਾਂ ਵਿੱਚੋਂ ਇੱਕ ਨਹੀਂ ਹੋਏਗਾ, ਤੇ ਮੈਂ ਅਕਸਰ ਹੱਸਦਾ ਹੁੰਨਾ। ਇਸ ਤਰ੍ਹਾਂ ਜਿਵੇਂ ਟ੍ਰੈਡਮਿਲ ਤੇ ਸੈਰ ਲੋਕ ਕਰ ਰਹੇ ਨੇ, ਥੱਕ ਟੁੱਟ ਜਾਂਦੇ ਨੇ, ਪਸੀਨਾ ਵੀ ਆ ਜਾਂਦਾ, ਜਿੱਥੇ ਚੜ੍ਹੇ ਹੁੰਦੇ ਨੇ ਉੱਥੇ ਉਤਰਦੇ ਨੇ, ਨਿਬੜਿਆ ਦੇ ਕੱਖ ਵੀ ਨਹੀਂ। ਜਿੱਥੇ ਚੜ੍ਹੇ ਹੁੰਦੇ ਨੇ ਉੱਥੇ ਉਤਰਦੇ ਨੇ, ਤੇ ਪਸੀਨੋ ਪਸੀਨਾ ਹੋਏ ਹੁੰਦੇ ਨੇ। ਸਿਰਫ ਮੀਟਰ ਦੱਸ ਰਿਹਾ ਇੰਨਾ ਟੁਰੇ ਨੇ, ਟੁਰੇ ਕੱਖ ਵੀ ਨਹੀਂ, ਟੁਰੇ ਤੇ ਕੁਛ ਵੀ ਨਹੀਂ। ਤਾਂ ਮੈਨੂੰ ਕਹਿਣ ਦੇਣਾ 10 ਸਾਲ ਤੋਂ, 5 ਸਾਲ ਤੋਂ, 20 ਸਾਲ ਤੋਂ ਗੁਰਦੁਆਰੇ ਆਉਣਾ ਕਿਰੇ ਟ੍ਰੈਡਮਿਲ ਦੀ ਸੈਰ ਹੀ ਹੈ, ਅਗਰ ਵਿਵੇਕ ਤੇ ਬੈਰਾਗ ਨਹੀਂ ਹੈ। ਇੱਥੋਂ ਸ਼ੁਰੂ ਹੋਣੀ ਹੈ ਗੱਲ। ਬੁੱਧੀ ਵਿੱਚ ਵਿਵੇਕ ਆ ਜਾਏ, ਇਹ ਵਿਵੇਕ ਨਾਲ ਫੈਸਲਾ ਕਰੇਗਾ ਪ੍ਰਭਤਾ ਵੱਡੀ ਹੈ ਕਿ ਪ੍ਰਭੂ ਵੱਡਾ ਹੈ, ਸਤ ਵੱਡਾ ਹੈ ਕਿ ਸਤਾ ਵੱਡੀ ਹੈ, ਚੇਤਨ ਵੱਡਾ ਹੈ ਕਿ ਜੜ ਵੱਡੀ ਹੈ, ਧਨ ਵੱਡਾ ਹੈ ਕਿ ਧਰਮ ਵੱਡਾ ਹੈ, ਸਰੀਰ ਵੱਡਾ ਹੈ ਕਿ ਆਤਮਾ ਵੱਡਾ ਹੈ। ਇਹ ਫੈਸਲਾ ਕੇਵਲ ਤੇ ਕੇਵਲ ਵਿਵੇਕ ਬੁੱਧੀ ਨਾਲ ਹੁੰਦਾ ਹੈ। ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ, ਅੱਜ ਤੋਂ 30 ਸਾਲ ਪਹਿਲਾਂ ਦੁਨੀਆ ਵਿੱਚ ਇੰਨੇ ਕਾਲਜਿਸ, ਯੂਨੀਵਰਸਿਟੀ, ਸਕੂਲ ਨਹੀਂ ਸਨ, ਤੇ ਇੰਨੇ ਲੋਕ ਪੜ੍ਹੇ ਲਿਖੇ ਵੀ ਨਹੀਂ ਸਨ। ਉਹ ਸਮਾਂ ਮੇਰੀ ਉਮਰ ਦੇ ਤੁਸੀਂ ਸਾਰਿਆਂ ਨੇ ਦੇਖਿਆ। ਇਸ ਤੋਂ ਥੋੜਾ ਜਿਹਾ ਹੋਰ ਪਹਿਲੇ ਜਾਓ, 50-60 ਸਾਲ, ਤੇ ਪਿੰਡ ਵਿੱਚ ਇੱਕ ਚਿੱਠੀ ਆਉਂਦੀ ਸੀ ਤੇ ਪੜ੍ਹਨ ਵਾਸਤੇ ਬੰਦਾ ਨਹੀਂ ਸੀ ਲੱਭਦਾ। ਕਦੀ 2 ਮੀਲ ਜਾ ਕੇ ਕਿਸੇ ਕੋਲ ਪੜ੍ਹਾਣੀ ਪੈਂਦੀ ਸੀ, ਕਦੀ 3 ਮੀਲ ਜਾ ਕੇ। ਕੋਈ ਇੱਕ ਅੱਧਾ ਬੰਦਾ ਪਿੰਡ ਵਿੱਚ ਪੜ੍ਹਿਆ ਹੁੰਦਾ ਸੀ ਤੇ ਚਿੱਠੀ ਉਹਦੇ ਕੋਲੋਂ ਪੜ੍ਹਾਈ ਜਾਂਦੀ ਸੀ। ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ। ਔਰ ਮੈਂ ਇਹ ਵੀ ਬੇਨਤੀ ਕਰਦਿਆਂ, ਇਸ ਤੋਂ ਪਹਿਲਾਂ ਇੱਕ ਭਾਸ਼ਾ ਸੀ ਜਿਹਨੂੰ ਕਹਿੰਦੇ ਸਨ ਲੰਡੇ। ਉਹਦੇ ਵਿੱਚ ਕੋਈ ਸਿਹਾਰੀ ਨਹੀਂ ਸੀ, ਕੋਈ ਬਿਹਾਰੀ ਨਹੀਂ ਸੀ, ਕੋਈ ਕੰਨਾ ਨਹੀਂ ਸੀ, ਕੋਈ ਗ੍ਰਾਮਰ ਨਹੀਂ ਸੀ, ਉਹਨੂੰ ਆਮ ਬੰਦਾ ਪੜ੍ਹ ਹੀ ਨਹੀਂ ਸੀ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਹੈ। ਅਸੀਂ ਲੋਕਾਂ ਨੇ ਕਦੀ ਇੰਨੀ ਨਿਗਾਹ ਨਾਲ ਇਸ ਗੁਰੂ ਵੱਲ ਤੱਕਿਆ ਹੀ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਉਹ ਜਿਹੜੀ ਭਾਸ਼ਾ ਸੀ ਉਹ ਬੜੇ ਅਨੁਭਵ ਨਾਲ ਪੜ੍ਹਨੀ ਪੈਂਦੀ ਸੀ। ਪੁਰਾਣੇ ਜ਼ਮਾਨੇ ਦੇ ਜਿਹੜੇ ਬਾਣੀਏ ਲੋਕ ਸਨ, ਵਪਾਰੀ ਲੋਕ ਸਨ, ਉਹਦੇ ਵਿੱਚ ਅਕਾਊਂਟਸ ਬਣਾਉਂਦੇ ਸਨ। ਉਹ ਕਿਸੇ ਇਨਕਮ ਟੈਕਸ ਆਫਿਸਰ ਨੂੰ ਪੜ੍ਹਨੇ ਨਹੀਂ ਸਨ ਆਉਂਦੇ। ਇਸ ਵਾਸਤੇ ਹਿੰਦੁਸਤਾਨ ਵਿੱਚ ਫਿਰ ਉਹ ਭਾਸ਼ਾ ਅੱਜ ਤੋਂ ਬਹੁਤ ਸਾਲ ਪਹਿਲਾਂ ਬੰਦ ਕਰ ਦਿੱਤੀ। ਇਹਦੇ 'ਚ ਅਕਾਊਂਟ ਨਹੀਂ ਤੁਸੀਂ ਬਣਾ ਸਕਦੇ। ਉਹਦੀ ਮੈਂ ਇੱਕ ਗੱਲ ਮੇਰੇ ਜ਼ਿਹਨ 'ਚ ਆ ਗਈ, ਮੈਂ ਤੁਹਾਨੂੰ ਦੱਸ ਦਿੰਦਾ। ਉਹ ਕਿਸੇ ਦੀ ਚਿੱਠੀ ਆਈ ਸੀ ਕਿ ਪਿਤਾ ਜੀ ਅਜਮੇਰ ਗਏ ਨੇ, ਬੜੀ ਅਨਪੜ੍ਹ, ਕਿਧਰੋਂ ਆਈ, ਬੜੀ ਦੂਰੋਂ।
वो पढ़न वाला कोई है नहीं सी। वो किसी को टुर गया, वो पढ़न वाला बेचारा कोई छोटा मोटा मेरे वर्गा ही सी, उन्हें पढ़ के सुनाता पिता जी आज मर गए ने। मैं आप जी ਨੂੰ ਬੇਨਤੀ ਕਰਾਂ, ਉਹ ਏਡੀ ਗੁੰਝਲਦਾਰ ਭਾਸ਼ਾ ਸੀ, ਉਹਦੇ ਵਿੱਚ ਕੋਈ ਬੜੇ ਅਨੁਭਵ ਨਾਲ ਪੜ੍ਹਨੀ ਪੈਂਦੀ ਸੀ। ਜਿਸ ਤਰ੍ਹਾਂ ਅੱਜ ਵੀ ਮੈਂ ਬੇਨਤੀ ਕਰਾਂ, ਜਿਹੜੇ ਪਦ ਛੇਦ ਸਰੂਪ ਨਹੀਂ ਨਾ, ਉਹ ਤੋਂ ਪਾਠ ਕਰਨਾ ਹਰ ਬੰਦੇ ਦਾ ਕੰਮ ਨਹੀਂ ਹੈ, ਬਹੁਤ ਮੁਸ਼ਕਲ ਹੈ, ਵਿਸ਼ਰਾਮ ਨਹੀਂ ਲੱਗਦੇ ਔਰ ਧਿਆਨ ਬਾਹਰ ਜਾਂਦਾ ਵੀ ਨਹੀਂ। ਇਸ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰ ਦੇਣਾ ਚਾਹੁੰਦਾ ਕਿ ਅੱਜ ਤੋਂ 30 ਸਾਲ ਪਹਿਲਾਂ, 40 ਸਾਲ ਪਹਿਲਾਂ ਇੰਨੇ ਕਾਲਜ ਯੂਨੀਵਰਸਿਟੀਆਂ ਨਹੀਂ ਸਨ, ਪਰ ਲੋਕਾਂ ਦੇ ਮਨ ਇੰਨੇ ਚੰਚਲ ਨਹੀਂ ਸਨ, ਸਹਿਜ ਵਿੱਚ ਸਨ, ਇੰਨੇ ਸੰਸੇ ਨਹੀਂ ਸਨ, ਇੰਨੀ ਚੰਚਲਤਾ ਹੀ ਨਹੀਂ ਸੀ, ਇੰਨੀ ਬੁੱਧੀ ਮਲੀਨ ਨਹੀਂ ਸੀ। ਅੱਜ ਯੂਨੀਵਰਸਿਟੀਆਂ ਤੇ ਕਾਲਜ ਤੇ ਸਕੂਲਾਂ ਦੀ ਤੇ ਡਿਗਰੀਆਂ ਦੀ ਭਰਮਾਰ ਹੈ, ਪਰ ਮਨ ਚੰਚਲ ਹੈ। ਧਰਮਸਾਲ ਦਾ ਜਿਹੜਾ ਪਹਿਲਾ ਕਦਮ ਹੈ ਉਹ ਵਿਵੇਕ ਹੈ, ਪਹਿਲਾ ਕਦਮ ਵਿਵੇਕ ਹੈ। ਅਗਰ ਬੁੱਧੀ ਵਿੱਚ ਵਿਵੇਕ ਨਹੀਂ ਆਏਗਾ, ਮਨ ਵਿੱਚ ਕਦੀ ਬੈਰਾਗ ਨਹੀਂ ਆਏਗਾ। तो मेरा कहण तो भाव जो है आप जी ਨੂੰ ਵੀ ਇਹ ਹੈ ਜਿਵੇਂ ਪਤੰਗ ਨੂੰ ਦੋ ਤਲਾਵਾਂ ਚਾਹੀਦੀਆਂ ਨੇ, ਇਹ ਵਿਵੇਕ ਤੇ ਬੈਰਾਗ ਹੈ। ਬਹੁਤ ਵਧੀਆ ਵਿਵੇਕ ਹੁੰਦਾ ਵੀਰ ਜੀ, ਜਿਹੜਾ ਸੱਤ ਤੇ ਅਸੱਤ ਦਾ ਫੈਸਲਾ ਕਰਾ ਦੇ ਵੀ ਸੱਤ ਚੀਜ਼ ਕੀ ਹੈ ਤੇ ਅਸੱਤ ਕੀ ਹੈ, ਸਦਾ ਰਹਿਣ ਵਾਲੀ ਕੀ ਹੈ ਤੇ ਨਾਸ਼ਵਾਨ ਕੀ ਹੈ, ਜੜ ਕੀ ਹੈ ਤੇ ਚੇਤਨ ਕੀ ਹੈ, ਪ੍ਰਭਤਾ ਕੀ ਹੈ ਤੇ ਪ੍ਰਭੂ ਕੀ ਹੈ, ਆਤਮਾ ਕੀ ਹੈ ਤੇ ਪਰਮਾਤਮਾ ਕੀ ਹੈ। मैं आप जी ਨੂੰ ਬੇਨਤੀ ਕਰਾਂ, ਇਹ ਜਿੰਨਾ ਵੀ ਤੁਸੀਂ ਸੰਸਾਰ ਵਿੱਚ ਹਿਸਾਬ ਲਾਉਂਦੇ ਹੋ, ਇਹ ਵਿਵਹਾਰਿਕ ਬੁੱਧੀ ਹੈ, ਇਹ ਵਿਵੇਕ ਬੁੱਧੀ ਨਹੀਂ ਹੈ ਜਿਹੜੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਜੇ ਇਹ ਵਿਵੇਕ ਬੁੱਧੀ ਹੈ ਤਾਂ ਗੁਰੂ ਅਰਜਨ ਸਾਹਿਬ ਨੂੰ ਕਹਿਣ ਦੀ ਲੋੜ ਨਹੀਂ ਹੈ ਬਾਣੀ 'ਚ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਇੱਥੋਂ ਹੀ ਧਰਮਸਾਲ ਸ਼ੁਰੂ ਹੋਣੀ ਹੈ ਕਿ ਵਿਵੇਕ ਬੁੱਧੀ ਕੀ ਹੈ ਤੇ ਵਿਵਹਾਰਿਕ ਬੁੱਧੀ ਕੀ ਹੈ। ਵਿਵਹਾਰਿਕ ਬੁੱਧੀ ਵਾਲੇ ਕੋਲ ਪਦਾਰਥ ਦਾ ਗਿਆਨ ਹੋ ਸਕਦਾ ਹੈ, ਵਿਵਹਾਰਿਕ ਬੁੱਧੀ ਵਾਲੇ ਕੋਲ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ। ਵਿਵਹਾਰਿਕ ਬੁੱਧੀ ਵਾਲਾ ਸਾਇੰਟਿਸਟ ਬਣ ਸਕਦਾ ਹੈ, ਵਿਵਹਾਰਿਕ ਬੁੱਧੀ ਵਾਲਾ ਕਦੀ ਸੰਤ ਨਹੀਂ ਹੁੰਦਾ, ਕਦੀ ਨਹੀਂ ਹੁੰਦਾ। ਵਿਵਹਾਰਿਕ ਬੁੱਧੀ ਵਾਲੇ ਨੂੰ ਪਦਾਰਥ ਦਾ ਗਿਆਨ ਹੋ ਸਕਦਾ ਹੈ, ਵਿਵਹਾਰਿਕ ਬੁੱਧੀ ਨਾਲ ਇੰਦਰੀਆਂ ਦੇ ਸੁੱਖ ਕਮਾਏ ਜਾ ਸਕਦੇ ਨੇ, ਵਿਵਹਾਰਿਕ ਬੁੱਧੀ ਨਾਲ ਮਨ ਦੀ ਸ਼ਾਂਤੀ ਨਹੀਂ ਕਮਾਈ ਜਾ ਸਕਦੀ, ਨਹੀਂ ਕਮਾਈ ਜਾ ਸਕਦੀ। ਇਸ ਵਾਸਤੇ ਅੱਜ ਦੁਨੀਆ ਤੇ ਸਭ ਨਾਲੋਂ ਜ਼ਿਆਦਾ ਅਮੀਰ ਦੇਸ਼ ਅਮਰੀਕਾ ਹੈ, ਜਿੰਨਾ ਮਨ ਇੱਥੇ ਅਸ਼ਾਂਤ ਹੈ ਕਿਧਰੇ ਵੀ ਨਹੀਂ ਹੈ, ਨਹੀਂ ਹੈ। ਮੈਂ ਆਪ ਜੀ ਨੂੰ ਅੱਜ ਕਰਾਂ, ਇੱਥੋਂ ਦੀ ਪਰਸੈਂਟੇਜ ਪੜ੍ਹ ਕੇ ਵੇਖ ਲਓ ਇਹਨਾਂ ਦੀ। ਇਹ ਅਸ਼ਾਂਤ ਮਨ ਦੀ ਗੱਲ ਨਾ, ਸਮਾਜ ਵਿੱਚ ਜੋ ਕੁਝ ਹੋ ਰਿਹਾ ਹੈ। ਮੈਂ ਆਪ ਜੀ ਨੂੰ ਅਰਜ਼ ਕਰਦਿਆਂ, ਇਸ ਵਾਸਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕਿ ਵਿਵਹਾਰਿਕ ਬੁੱਧੀ ਸਿਰਫ ਧਰਮਸਾਲ ਤੋਂ ਮਿਲੇਗੀ, ਇੱਥੋਂ ਸ਼ੁਰੂ ਹੋਏਗੀ। ਜਿਸ ਦਿਨ ਵਿਵਹਾਰਿਕ ਬੁੱਧੀ ਤੁਹਾਡੀ ਜਾਗੇਗੀ, ਉਸ ਦਿਨ ਨਾਲ ਮਨ ਵਿੱਚ ਬੈਰਾਗ ਜਾਗੇਗਾ, ਦੋਵੇਂ ਇਕੱਠੇ ਟੁਰ ਪੈਣਗੇ। ਤੇ ਜਿੰਨਾ ਚਿਰ ਮਨ ਵਿੱਚ ਬੈਰਾਗ ਨਹੀਂ ਆਏਗਾ, ਮਨ ਚੰਚਲਤਾਈਆਂ ਨਹੀਂ ਛੱਡੇਗਾ, ਵਿਕਾਰ ਨਹੀਂ ਛੱਡੇਗਾ, ਵਾਸ਼ਨਾਵਾਂ ਨਹੀਂ ਛੱਡੇਗਾ। ਜ਼ੋਰ ਲਾ ਲਓ ਤੁਸੀਂ, ਇਹ ਜਿੱਦਨ ਵਿਵਹਾਰਿਕ ਬੁੱਧੀ ਗੁਰੂ ਦੇਗਾ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਬਾਕੀ ਤੇ ਸਾਰੇ ਇੰਸਟੀਚਿਊਟਸ ਵਿਵਹਾਰਿਕ ਬੁੱਧੀ ਦਾ ਸਕੂਲ ਨੇ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਤਲਾਵਾਂ ਪੈ ਗਈਆਂ, ਇੱਕ ਵਿਵਹਾਰਿਕ ਬੁੱਧੀ ਦੀ, ਇੱਕ ਬੈਰਾਗ ਦੀ। ਯਾਦ ਰੱਖਣਾ, ਤਲਾਵਾਂ ਤੋਂ ਬਾਅਦ ਡੋਰ ਵੀ ਚਾਹੀਦੀ ਹੈ, ਨਿਰੀਆਂ ਤਲਾਵਾਂ ਕੁਝ ਨਹੀਂ ਕਰਦੀਆਂ। ਵਿਵੇਕ ਬੁੱਧੀ ਵੀ ਹੋਵੇ ਤੇ ਵੈਰਾਗ ਵੀ ਹੋਵੇ ਤੇ ਧਰਮਸਾਲ ਵਿੱਚ ਜਾਣ ਦੀ ਰੋਜ਼ ਤਾਂਘ ਵੀ ਹੋਵੇ, ਗੁਰਦੁਆਰੇ ਸੰਗਤ ਕਰਨ ਦੀ ਇਹ ਡੋਰ ਹੋਵੇ, ਨਹੀਂ ਤੇ ਗੱਲ ਨਹੀਂ ਬਣੇਗੀ। ਮੈਂ ਆਪ ਜੀ ਨੂੰ ਅਰਜ਼ ਕਰਦਿਆਂ, ਇਹ ਤਾਂਘ ਹੋਵੇ, ਪਰਮੇਸ਼ਰ ਮੈਂ ਆਪਣੀ ਸੁਰਤ ਨੂੰ ਅਸਮਾਨ ਤੇ ਤੇਰੇ ਵੱਲ ਚੜਾਣਾ ਹੀ ਚੜਾਣਾ ਹੈ, ਮੇਰੇ ਤੇ ਕਿਰਪਾ ਕਰ। ਇਹ ਤਾਂਘ ਹੋਵੇ ਅੰਦਰ। तो मैं अर्ज कर देना चाहना
ਇਹ ਵੀ ਹੋਵੇ, ਵਿਵੇਕ ਵੀ ਹੋਵੇ, ਵੈਰਾਗ ਵੀ ਹੋਵੇ, ਅੰਦਰ ਤਾਂਗ ਵੀ ਹੋਵੇ, ਇਹ ਡੋਰ ਵੀ ਹੋਵੇ, ਤੇ ਬੰਦੇ ਨੂੰ ਪਤੰਗ ਚੜਾਣੀ ਵੀ ਆਉਂਦੀ ਹੋਵੇ, ਬਾਣੀ ਪੜ੍ਹਨੀ ਵੀ ਆਉਂਦੀ ਹੋਵੇ, ਮਾਫ ਕਰਨਾ, ਮੀਨਿੰਗ ਵੀ ਥੋੜੇ ਬਹੁਤੇ ਆਉਂਦੇ ਹੋਣ, ਇਸ ਤਰ੍ਹਾਂ ਲੈ ਲਓ। ਪਰ ਇਹ ਬੱਚਾ ਕੋਠੇ ਤੇ ਚਲਾ ਗਿਆ, ਪਤੰਗ ਲੈ ਗਿਆ, ਸਭ ਕੁਝ ਹੈ ਗਿਆ, ਪਤੰਗ ਵੀ ਠੀਕ ਹੈ, ਤਲਾਵਾਂ ਵੀ ਠੀਕ ਨੇ, ਡੋਰ ਵੀ ਕੋਲ ਹੈ, ਥੋੜੀ ਦੇਰ ਬਾਅਦ ਥੱਲੇ ਆ ਗਿਆ। ਇਹਨੂੰ ਪੁੱਛਿਆ ਤੂੰ ਪਤੰਗ ਚੜਾਈ ਨਹੀਂ? ਕਹਿੰਦਾ ਹਵਾ ਕੋਈ ਨਹੀਂ, ਗੁਰੂ ਦੀ ਕਿਰਪਾ ਦੀ ਹਵਾ ਚਾਹੀਦੀ ਹੈ, ਨਹੀਂ ਤੇ ਨਹੀਂ ਚੜੇਗੀ ਕਦੀ, ਬਿਲਕੁਲ ਨਹੀਂ ਚੜੇਗੀ। ਕੋਈ ਕੋਲ ਮੇਰੇ ਵਰਗਾ ਮੰਦ ਬੁੱਧੀ, ਉਹ ਵਪਾਰਕ ਬੁੱਧੀ ਵਾਲਾ ਖਲੋਤਾ ਸੀ, ਉਹ ਕਹਿੰਦਾ ਕੀ ਲੋੜ ਹੈ ਹਵਾ ਦੀ, ਤੇਰੇ ਘਰ ਪੱਖਾ ਹੈ, ਪੱਖੇ ਦੀ ਹਵਾ ਨਾਲ ਚੜਾ ਲੈ। ਤੇਰੇ ਘਰ ਪੱਖਾ ਹੈ, ਮੈਂ ਪੱਖਾ ਚਲਾਣਾ, ਉਹਦੀ ਹਵਾ ਨਾਲ ਪਤੰਗ ਚੜਾ ਲੈ ਅਸਮਾਨ ਵਿੱਚ। ਉਹ ਕਹਿੰਦਾ ਮੈਨੂੰ ਧਰਮਸਾਲ ਵਿੱਚ ਜਾ ਕੇ ਇਸ ਗੱਲ ਦੀ ਸਮਝ ਆ ਗਈ ਹੈ ਕਿ ਅਸਮਾਨ ਦੀਆਂ ਉਚਾਈਆਂ ਵੱਲ ਪਤੰਗ ਪੱਖੇ ਦੀ ਹਵਾ ਨਾਲ ਨਹੀਂ ਉੱਡ ਸਕਦੀ, ਨਹੀਂ ਉੱਡ ਸਕਦੀ। ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਅਸਮਾਨ ਦੀਆਂ ਉਚਾਈਆਂ ਵੱਲ ਪਤੰਗ ਉਦੋਂ ਹੀ ਉੱਡੇਗੀ ਜਦੋਂ ਪਰਮੇਸ਼ਰ ਹਵਾ ਚਲਾਏਗਾ। ਇਹ ਤੇਰੀਆਂ ਸੰਸਾਰ ਦੀਆਂ ਚਲਾਕੀ ਦੀਆਂ ਬੁੱਧੀਆਂ ਤੇ ਫਿਜ਼ਿਕਸ ਤੇ ਮੈਥਮੈਟਿਕਸ, ਇਹਨਾਂ ਨਾਲ ਗਮ ਨਹੀਂ ਹੋਏਗੀ। ਇਹਨਾਂ ਨਾਲ ਇਹ ਜੀਵਾਤਮਾ ਪਰਮਾਤਮਾ ਵੱਲ ਨਹੀਂ ਜਾਏਗੀ। ਇਹਨਾਂ ਨਾਲ ਆਨੰਦ ਨਹੀਂ ਮਿਲੇਗਾ, ਇੰਦਰੀਆਂ ਦੇ ਸੁੱਖ ਮਿਲ ਜਾਣਗੇ। ਮੈਂ ਮੰਨਦਾ ਇੱਕ ਪੜ੍ਹੇ ਲਿਖੇ ਬੰਦੇ ਕੋਲ ਇੱਕ ਅਨਪੜ੍ਹ ਨਾਲੋਂ ਜ਼ਿੰਦਗੀ ਦੇ ਸੁੱਖ ਜ਼ਿਆਦਾ ਹੋ ਸਕਦੇ। ਇੱਕ ਡਾਕਟਰ ਕੋਲ ਜਿੰਨੇ ਸੁੱਖ ਨੇ, ਮਾਫ ਕਰਨਾ, ਇੱਕ ਮਜ਼ਦੂਰ ਕੋਲ ਉਹਨੇ ਸੁੱਖ ਨਹੀਂ। ਪਰ ਅਗਰ ਮਜ਼ਦੂਰ ਕੋਲ ਵਿਵੇਕ ਬੁੱਧੀ ਤੇ ਬੈਰਾਗ ਆ ਗਿਆ, ਜਿੰਨਾ ਮਜ਼ਦੂਰ ਆਨੰਦਿਤ ਹੋਏਗਾ, ਡਾਕਟਰ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਪਰ ਜੇ ਰੱਬ ਕਿਰਪਾ ਕਰੇ, ਵਿਵਹਾਰਕ ਬੁੱਧੀ ਵੀ ਆ ਜਾਏ ਤੇ ਵਿਵੇਕ ਵੀ ਆ ਜਾਏ, ਪੂਜਣਯੋਗ ਹੈ, ਰਾਜਾ ਜੋਗੀ ਹੈ। ਵਿਵਹਾਰਕ ਬੁੱਧੀ ਵੀ ਹੈ, ਵਿਵੇਕ ਬੁੱਧੀ ਵੀ ਹੈ, ਰਾਜयोग कर रहे हैं। इंजीनियर भी है, डॉक्टर भी है, गुरमुख है। हुण एक डॉक्टर नहीं होएगा, गुरमुख डॉक्टर होएगा, गुरमुख इंजीनियर होएगा, गुरमुख व्यापारी होएगा। मैं आप जी नूं बेनती करा, जां ऐ कह लो संत डॉक्टर होएगा, संत इंजीनियर होएगा, संत व्यापारी होएगा। अगर इहदे कोल व्यवहारिक बुद्धि ते विवेक बुद्धि इकट्ठियां आ गई ने, गुरु ने दे दित्तियां ने। व्यवहारिक बुद्धि इन्हें स्कूल के कॉलेजों विचों लै लई है, माफ करना, विवेक बुद्धि इन्हें आण के धर्मसाल विचों लै लई, दोवें हो गई। धर्मसाल विचों आण के विवेक बुद्धि लई, व्यवहारिक बुद्धि लई कॉलेजों विचों, व्यवहारिक बुद्धि नूं विवेक बुद्धि दे धागे विच परो लिया बस। फिर ये संत डॉक्टर बन जाएगा, गुरमुख डॉक्टर बन जाएगा, गुरमुख इंजीनियर बन जाएगा, गुरमुख व्यापारी बन जाएगा। फिर ये किसी नाल धोखा नहीं करेगा, दुख त्रिक नहीं करेगा, इहदा फिर बिजनेस होएगा। इत्थे जिहड़ी फेयरनेस है डर करके है। मैं आप जी नूं बेनती करा, वो फिर डर करके नहीं, भावना करके करेगा, डर करके नहीं। मैं आप जी नूं बेनती करा, इनू मैं इस तरह कहना हुन्ना, हिंदुस्तान विच इत्थे तां शायद जरा को घट है भाईचारा, जेड़ी स्त्री अपने पति तो कोई चीज छुपा के गवांढन वाल रख हुंदी है, मेरे पति नूं ना पता लगे, वो पति दा भै मनदी है, निर्मल भाव नहीं है। या जेड़ा पति अपनी स्त्री तो कोई छुपा के रखदा है, वो केवल भै इसनूं मेरी कमजोरी पता ना लगे, ये निर्मल भाव नहीं है। जिस दिन विवेक बुद्धि आउंदी है, उस दिन निर्मल भाव जागदा है।
ਤਾਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਦੂਸਰੀ ਲਾਵਾਂ 'ਚ ਨਿਰਮਲ ਪਉ ਭਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਇਹ ਧਰਮਸਾਲ ਵਿੱਚੋਂ ਮਿਲੇਗਾ। ਨਿਰਮਲ ਭਉ ਤੇ ਭਉ ਦੀ ਗੱਲ ਮੈਂ ਕਰਕੇ ਥੋੜੀ ਜਿਹੀ ਅੱਗੇ ਚੱਲਾਂ। ਤੁਸੀਂ ਘੁਮਿਆਰ ਨੂੰ ਕਦੀ ਘੜਾ ਬਣਾਇਆ ਵੇਖਿਆ ਹੋਏਗਾ? ਜਿਹੜੇ ਲੋਕ ਉੱਤੋਂ ਵੇਖਦੇ ਨੇ ਸਮਝਦਾ ਘੁਮਿਆਰ ਉੱਤੋਂ ਘੜੇ ਨੂੰ ਸੱਟਾ ਮਾਰ ਰਿਹਾ ਹੈ, ਜਿਨ੍ਹਾਂ ਦੀ ਗਹਿਰੀ ਨਜ਼ਰ ਹੈ ਉਹ ਵੇਖਦੇ ਨੇ ਉਹਨੇ ਦੂਸਰਾ ਹੱਥ ਥੱਲੇ ਰੱਖਿਆ, ਉਹਦੀ ਸ਼ੇਪ ਸਵਾਰ ਰਿਹਾ ਹੈ, ਮਾਰ ਨਹੀਂ ਰਿਹਾ। ਸੰਸਾਰ ਦਾ ਡਰ ਦੂਰੀ ਪੈਦਾ ਕਰਦਾ ਹੈ। ਨਿਰਮਲ ਭਉ ਇੱਕ ਦਿਨ ਪਿਆਰ ਬਣ ਜਾਂਦਾ ਹੈ। ਨਿਰਮਲ ਭਉ ਬਣਦਾ ਹੀ ਉਦੋਂ ਹੈ ਜਿੱਧਰ ਅੰਦਰ ਵਿਵੇਕ ਆਉਂਦਾ ਤੇ ਬੈਰਾਗ ਆਉਂਦਾ, ਨਹੀਂ ਤੇ ਨਹੀਂ ਬਣੇਗਾ। ਇਸ ਵਾਸਤੇ ਧਰਮਸਾਲ ਦੀ ਇਹ ਕੁਛ ਗੁਰੂ ਦੀ ਕਿਰਪਾ ਨਾਲ ਬੁਨਿਆਦ ਹੈ ਜੋ ਆਪ ਜੀ ਗੁਰੂ ਦੀ ਕਿਰਪਾ ਨਾਲ ਸ਼ੁਰੂ ਕਰਨ ਲੱਗੇ ਹੋ। ਇਸ ਵਾਸਤੇ ਉਸ ਬੱਚੇ ਨੂੰ ਸਮਝ ਆ ਜਾਂਦੀ ਹੈ ਕਿ ਭਾਵੇਂ ਮੈਂ ਕਿੰਨੀ ਮਿਹਨਤ ਕੀਤੀ ਹੈ, ਪਰ ਜੇ ਅਸਮਾਨ ਤੇ ਪਰਮਾਤਮਾ ਹਵਾ ਨਾ ਚਲਾਏ ਤਾਂ ਮੇਰੀ ਗੁੱਡੀ ਅਸਮਾਨ ਵੱਲ ਨਹੀਂ ਚੜ ਸਕਦੀ। ਇੱਥੋਂ ਪਤਾ ਲੱਗਦਾ ਪ੍ਰਸਾਦ ਕਿਰਪਾ। ਮੇਰਾ ਪ੍ਰयास ਕੀ ਕਰੇਗਾ, ਮੇਰੀ ਮਿਹਨਤ ਕੀ ਕਰੇਗੀ ਜੀ ਤੂੰ ਰਹਿਮਤ ਨਾ ਕਰੇ। ਮੈਂ ਮਿਹਨਤ ਨਾਲ ਗੁੱਡੀ ਵੀ ਖਰੀਦ ਲਈ, ਤਲਾਵਾਂ ਵੀ ਪਾ ਲਈਆਂ, ਡੋਰ ਵੀ ਲੈ ਲਈ, ਪਰ ਚੜੀ ਤੇ ਨਹੀਂ ਤੇਰੀ ਰਹਿਮਤ ਤੋਂ ਬਗੈਰ। ਚੜੀ ਤੇ ਨਹੀਂ ਤੇਰੀ ਰਹਿਮਤ ਤੋਂ ਬਗੈਰ। तो मैं अर्ज कर देना चाहना, इहो जिहा जीव फिर धर्मसाल में जदों आउंदा है अपनी मेहनत अपने गुरु दे अगे रख देंदा, तू हुण रहमत कर, तू हुण रहमत कर, मेरी मेहनत दा काम नहीं है। तो मैं बेनती करा उसनू मेरे सतगुरु ने बख्शिश कीता है, उहदी निगाह फिर कित्थे जांदी है। जेड़े महाराज ने जपजी साहिब दे 5 खंड लिखे ने, धर्मसाल विचों किस तरह घाट घट के सचखंड ते पहुंचदा है, किहड़ियां पौड़ियां चढ़दा है। फिर उहदे सामने नक्शा आउंदा है, ओहो की है, राती रुती थिती वार पवन पानी अग्नि पाताल। परमात्मा इत्थे दिन है उत्थे रात है, किधरे रात है किधरे दिन है। इको ही सूरज है तेरे हुक्म विच पहला इत्थे चढ़िया, फिर बेचारा चक्कर लाण जांदा इंडिया, वक्त नाल फिर वापस परदा अमरीका। इनू कौन चला रहा है? इस सारी कुदरत नू मैनेज कौन कर रहा है? इहदा रिमोट किहदे हत्थ विच है? ते जे वो सारी कुदरत कायनात नू चल रहा, रिमोट नू सारा उहदे हत्थ विच है, वो चला रहा है, रुत्तां उहदे नाल बदल रही ने, मौसम बदल रहे ने, टैंपरेचर बदल रहा है, दिन रात बदल रहे ने। इहदा मतलब है वो एक सुप्रीम है कि जिहनू कोई रोक नहीं सकता उसनू, प्रकृति नू। मैं आप जी के चरणों में बेनती करदा हुन्ना, याद रखना संत कदी राष्ट्रीय नहीं हुंदा। करनाल विच एक समागम होया सी, उन्होंने दास नू बुलाया सी, उत्ते एक इश्तिहार आया मेरे घर ते उत्ते लिखिया राष्ट्रीय संत। तो मैं जाना सी उत्थे, तो मैं फिर उन्होंने जाके बेनती की, मैं क्या किन्ने छापिया? कहने जी उन्होंने। मैं क्या संत कदी राष्ट्रीय नहीं हुंदा, जां ते कहो संत नहीं ते जां राष्ट्रीय है। कदी अज तक तुसी कह सके एडा वड्डा अमेरिका पावरफुल कंट्री है, कह सकता है ये अमेरिकन सन है, सूरज नू पकड़ सकिया? ये आस्ट्रेलियन सन है कि अरबियन सन है कि इंडियन सन है कि पाकिस्तानी सन है, सूरज नू पकड़ सकता कोई? जे पकड़न की समर्था होंदी अमरीका तो जान ना देंदा हिंदुस्तान भी इत्थे रहो, जान नहीं देना मैं, उत्थे रहन देने रही। व्यवहारिक बुद्धि यही कर दी है ना, और की कर दी है भी मेरे वर्गा और कोई ना होवे, भी सारा तेल मेरे को होवे, सारा लोहा मेरे को होवे, सारा सोना मेरे को होवे, सारी करंसी मेरे को होवे, सारा व्यापार मेरे को होवे ते सारी प्रकृति मेरे अधीन होवे। यही कर दी ना, और की कर दी व्यवहारिक बुद्धि। फिर तो उन्होंने कह देना सी सूरज नू मैं जान नहीं देना, इट्स अमेरिकन सन। किसी की ताकत है? कोई कह सकता भी ये अमेरिकन सन है कि इंडियन सन है कि आस्ट्रेलियन सन है कि कैनेडियन सन ने? अज तक किसी साइंस की ताकत है सूरज नू पकड़ सके?
तो मैं बेनती की सी, जेड़ा सूरज नूं नहीं कोई पकड़ सकिया ते संत ते सूरजां दा भी सूरज हुंदा है। संत दे अंदर कोई मजहब नहीं हुंदा, संत दा कोई मजहब नहीं। अगर संत किसी मजहब में जी रहा है फिर कह मेरा फलाना मजहब है, मैं संत नहीं हाँ। संत ते आत्मा रूप हुंदी, आत्मा का कोई मजहब हुंदा है? परमात्मा का कोई मजहब है? परमात्मा हिंदू है कि मुसलमान है कि जैनी है कि बौद्धी है कि पारसी है? की मजहब है रब दा? आत्मा का की मजहब है? मजहब मन दा है, मजहब बुद्धि दा है, मजहब अंतःकरण दा है। आत्मा का कोई मजहब नहीं है। मैं आप जी ਨੂੰ अंत करा, ये धर्मसाल के ਜਿਹੜੇ 5 खंड ने बहुत डूंगे ने। ये ਤਾਂ चंचल तो लैके निश्चल तक की घाड़त है। अचेत मन नूं रब दा रूप बनाने वाली घाड़त है 5 खंड गुरु नानक साहब दे। संशय तो सहज दी यात्रा है। इस खंड तो लैके धर्म खंड तो लैके माफ करना सचखंड तक की यात्रा है। यह है धर्मसाल का टीचा, आशा, ऑब्जेक्ट, गोल। तो महाराज कहते ने इस बंदे की फिर प्रकृति वाल निगाह जाती है। ओहो, रुतां बदल रही ने, दरख्तां दे रंग बदल रहे ने, बनस्पति चेंज हो रही है, टैंपरेचर चेंज हो रहा है, दिन रात बदल रहे ने, वार बदल रहे ने। ये कौन बदला रहा है? ये पिछे सुप्रीम पावर कौन है? इत्थों शुरू हुंदी है धर्मसाल की यात्रा। राती रुती थिती वार, पवन पानी अग्नि पाताल। ये हवा है, ये अग्नि है, ये पानी है, ये सारे 5 तत्त ने, ये किदे हुक्म विच वजे हुए ने? किदे हुक्म विच वजे हुए ने? कौन कंट्रोल कर रहा है इनू? हवा किस दिन बहुत तेज चलती है, किस दिन पता भी नहीं हिलदा, किस दिन पता भी नहीं हिलदा। शायद तुहाडे विचों जिहड़े पुराने पिंडां दे कोई जिमीदारे नाल संबंधित बैठे होण, याद रखना कदी जमाना से असीं लोग कणक गाह के ते 2-2 दिन इंतजार करदे सां, हवा ही नहीं सी वगदी जदों मैकेनाइज नहीं सी ये काम। हुण हवा वगे ते तूड़ी दाणे वखरे वखरे होण। मैं आप जी नूं अर्ज करा, तो इस वास्ते सतगुरु कह रहे ने धर्मसाल का जिहड़ा पहला कदम है इत्थों शुरू हुंदा है कि प्रकृति नूं वेखदा है ते इन्हां अखां पहला दृश्य नाल प्रभावित हुंदियां ने। मैं आप जी नूं बेनती करा, ये वेखदा इन्हां अखां नाल प्रकृति दी चेंज भी कौन कर रहा है इनू? ये मौसम कौन बदला रहा है? ये रात तो दिन किवें हो गया है? ये दिन तो रात किवें हो गई है? ये गर्मी तो सर्दी किवें हो गई है? हवा किस तरह चलन लग पई है? जठर अग्नि टैंपरेचर अंदर किस तरह हो गया है? ये टैंपरेचर किवें बदल रहा है? किधरे कुछ है, किधरे कुछ है, की है? ये चीज वेख के ये मन च ख्याल आउंदा इत्थों धर्मसाल की यात्रा का पहला कदम है भी कोई है परमेश्वर, कोई ताकत है, कोई सुप्रीम है ये पिछे कंट्रोल करने वाला। तो गुरु नानक पातशाह जी कह रहे ने कि पवन पानी अग्नि पाताल, ते अज साइंस इस गल नूं खोज रही है। कदी सतगुरु ने पहला लिखिया सी 500 साल पहला कि सूरज भी चलता है तो जमीन भी चलती है। ते पहला साइंस कदी कहनी सी सूरज नहीं चलता, कदी कहनी सी जमीन नहीं चलती। अज मनदी है दोनों ही चलते हैं, दोनों ही चलते हैं। मैं आप जी नूं अर्ज कर दिया ते सतगुरु ने 500 साल पहला श्री राग विच बख्शिश करके लिखा गुरु नानक पातशाह ने, दिन रव चलै निस सस चलै तार का लख परोए। आख्या सूरज चलता है, चंद्रमा भी चलता है, तारे स्यारे ग्रह नक्षत्र सब चल रहे हैं, धरती भी चल रही है, वनस्पति भी चल रही है। एक नहीं चल रहा तो परमात्मा नहीं चल रहा, निश्चल हो रहा है। यही तो गुरु ग्रंथ साहब जी की बख्शिश है। ज्यों ज्यों साइंस उजागर हो रही है त्यों त्यों दी बाणी होर उजागर होएगी।
कोई दुनिया की विज्ञान एक अखर भी इस चैलेंज नहीं कर सकती। मैं आप जी को बेनती करता, ये हर कसवट्टी ते पूरी उतरन वाली है। ਜਦੋਂ ਲੋਕਾਂ ਦੀ ਸਾਇੰਸ ਲੋਕਾਂ ਸਨ 21 ਅੱਜ ਸਾਇੰਸ ਕਹਿੰਦੀ ਅਰਬਾਂ ਖਰਬਾਂ ਸੂਰਜ ਨੇ, ਤੇ ਮਹਾਰਾਜ ਨੇ ਪਹਿਲਾਂ ਹੀ ਕਹਿਤਾ ਅਰਬਦ ਖਰਬਦ ਨੂੰ ਧੁੰਦੂ ਕਾਰਾ, ਕਰੋੜਾਂ ਪਤਾਲ ਨੇ, ਲੱਖ ਆਗਾਸਾਂ ਆਗਾਸ, ਪਤਾਲਾਂ ਪਤਾਲ। ਗੁਰੂ ਨਾਨਕ ਪਹਿਲਾਂ ਕਹਿ ਰਹੇ ਨੇ। ਮੈਂ ਆਪ ਜੀ ਨੂੰ ਬੇਨਤੀ ਕਰਦਿਆਂ, ਇਸ ਵਾਸਤੇ ਸਤਿਗੁਰੂ ਜੀ ਕਹਿ ਰਹੇ ਨੇ ਪਵਨ ਪਾਣੀ ਅਗਨੀ ਪਾਤਾਲ, ਪਰ ਇਹ ਧਰਤੀ ਕੀ ਹੈ। ਮਹਾਰਾਜ ਕਹਿੰਦੇ ਇਹ ਪਰਮੇਸ਼ਰ ਨੇ ਧਰਮਸਾਲ ਬਣਾਈ ਸੀ, ਇੱਥੇ ਲੋਣ ਕੇ ਲੋਕ ਧਰਮ ਦਾ ਕੰਮ ਸਿੱਖਣਗੇ, ਆਪਣੀ ਜ਼ਿੰਦਗੀ ਕੱਢਣਗੇ। ਮੰਨ ਲਈਏ ਸ਼ੈਤਾਨਾਂ ਨੇ। ਉਹਨੂੰ ਬਾਬਾ ਕਬੀਰ ਨੇ ਬੜੀ ਬਖਸ਼ਿਸ਼ ਕਰਕੇ ਆਖਿਆ ਹੈ, ਕਬੀਰ ਧਰਤੀ ਸਾਧਕੀ ਤਸਕਰ ਬੈਠਾ ਗਏ। ਆਖਿਆ ਰੱਬ ਨੇ ਬਣਾਈ ਤੇ ਸਾਧੂਆਂ ਵਾਸਤੇ ਸੀ, ਰੱਬ ਦਾ ਨਾਮ ਜਪਣ ਵਾਸਤੇ, ਚੰਗੇ ਕੰਮ ਕਰਨ ਵਾਸਤੇ। ਚੋਰਾਂ ਨੇ ਮੰਨ ਲਈ। मैं अक्सर क्या करना, सारे त्योहार हिंदुस्तान में जिदन का जिक्र गुरु ग्रंथ साहब च है, गुरु की मत लैन वास्ते सन, शैतानां दे हथ आ गए। हर त्योहार का जिक्र है गुरु ग्रंथ साहब जी विच, हर त्योहार का, पर किवें मनाना है इस गल का नहीं पता। सतगुरु कहने होली कीनी संत सेव, तेरी होली ते वे रंग लागा अत लाल देव, मन तन मौल्यो अन अत अनूप, सूकै नाई छाओ तू, तेरी ते दिवाली है दीवा बड़े अंधेरा जाए, दीवा मेरा एक नाम। ये सी तेरी ते दिवाली, तू किहड़ी दिवाली दे चक्कर पै गया। मैनू थाईलैंड दीयां संगतां विच सत्कारयोग मेरियां भैणां मातावां ने एक बार पुछया सी कि भाई साहब जी किरे कोई लोहड़ी का जिक्र भी है गुरु ग्रंथ साहब च, जिन्हों तुसीं लोही भी कहंदे हो, ਇਹਦਾ भी जिक्र है। तो मैं बेनती करा है, किधरे रखड़ी का जिक्र भी है। मैनू याद है मलेशिया में गुलाटी परिवार है एक, उन्होंने घर सा ते उधर रखड़ी सी, ते ज्ञानी सुखजिंदर सिंह जी दरबार साहिब वाले हैड ग्रंथी सिंह साहिबान भी उत्थे सन, ते उन्होंने साडा प्रशादा आख्या सी, ते मैनूं नहीं सी पता वो भी आए ने। फिर वो कहण लगे कथा करो, मैं कहा तुसीं भी करो। उन्होंने अपनी पावन रसना तो बख्शिश की थी, दास ने 1 घंटा कथा की गुरु ग्रंथ साहब रखड़ी है की है, क्योंकि खोजिया तो असीं इहनूं है नहीं। धर्मसाल इत्थों शुरू होनी, इहनूं खोजना है। तो मैं उहदियां पंक्तियां तुहाडे सामने रख देना ताकि तुहाडे मन विच किधरे शंका ना रह जाए। बीरा बीरा कर रही बीर भय बैराए, बीर चले घर अपने बहन बिरा जल जाए। हाय रखड़ी, पर नहीं, किन्ने को सिखा नूं पता होएगा। चुप करके आए, मत्था टेकिया, लंगर छकिया, घट हो गया, कुछ भी नहीं, कख भी नहीं है। मैं आप जी नूं बेनती करा, एडा महान अगम्मी सागर है, कर होंदे रतन पदार्थ भूखे, भागहीन हर दूर है। इन्हां रत्नां दा खजाना गुरु अर्जन साहब ने मेरी तुहाडी झोली च पाया, इन्ना कुछ हुंदियां होया भी कुछ भी नहीं, कुछ भी नहीं है। जिस दिन पढ़ोगे ते विचारोगे, उस दिन धर्मसाल की यात्रा शुरू हो जाएगी। बीरा बीरा कर रही बीर भय बैराए, जीव आत्मा भरा ते ए शरीर भैन, इस तरह की गल की गुरु साहब ने। की रखड़ी है, लोही की है। मैं आप जी को बेनती करा, आप जी को पता होना चाहिए पंजाब विच जिथों तुसीं आए हो, मैनूं इस गल की भी खुशी है, बच्चियां जो बोलदियां तो फिर ठेठ ही बोली बोलदियां ने पंजाबी अपने पिंडां वाली। याद रखना, पंजाब विच जिहड़ा छोटा बच्चा हुंदा ना, उहनूं लोहड़ा कहंदे ने, लोहड़ा। सतगुरु ने बाणी च लिखा है, ये लोहड़ा गुरु उभारिया। मैं आप जी को बेनती करा, क्योंकि खोजना तो असीं है नहीं,
ਇਹਦੇ ਤੇ ਰੁਮਾਲੇ ਚੜਾਉਣ ਦਾ ਜ਼ੋਰ ਦਿੱਤਾ ਹੋਇਆ ਬਸ। ਦੇ ਰੁਮਾਲੇ ਤੇ ਰੁਮਾਲਾ, ਦੇ ਰੁਮਾਲੇ ਤੇ ਰੁਮਾਲਾ। ਉਹ ਕਦੀ ਰੁਮਾਲਾ ਚੱਕ ਕੇ ਵੀ ਵੇਖ ਲੈ ਥੱਲੇ ਕੀ ਹੈ। ਉਹ ਕਹਿੰਦੇ ਇਹ ਤੇ ਭਾਈ ਚੁੱਕਣਗੇ, ਸਾਡਾ ਕੰਮ ਥੋੜਾ ਹੀ ਹੈ, ਇਹਦੇ ਭਾਈ ਚੁੱਕਣਗੇ। ਤਾਂ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਹਰ ਚੀਜ਼ ਸਤਿਗੁਰ ਨੇ ਇੰਨੀ ਬਖਸ਼ਿਸ਼ ਕਰਕੇ ਮੇਰੀ ਤੁਹਾਡੀ ਸਿੱਖ ਦੀ ਵਿਸਾਖੀ ਕੀ ਹੈ। ਇਹ ਸਮਾਂ ਫਿਰ ਹੋਰ ਪਾਸੇ ਚਲਾ ਜਾਏਗੀ ਗੱਲ। ਤਾਂ ਮਹਾਰਾਜ ਕਹਿੰਦੇ ਧਰਮਸਾਲ ਹੈ ਕੀ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਸ਼ਰਮਸਾਲ। ਇਹ ਧਰਤੀ ਇਸ ਵਾਸਤੇ ਪਰਮੇਸ਼ਰ ਨੇ ਬਣਾਈ ਸੀ ਵੀ ਜੀਵ ਇੱਥੇ ਜਾ ਕੇ ਸੇਵਾ ਦਾ, ਪਰਉਪਕਾਰ ਦਾ, ਬੰਦਗੀ ਦਾ ਕੰਮ ਕਰਨਗੇ। ਇਹ ਹੀ ਧਰਮਸਾਲ। ਇੱਥੇ ਆਪਣੇ ਜੀਵਨ ਨੂੰ ਘੜਨਗੇ ਤੇ ਪਵਿੱਤਰ ਹੋ ਕੇ ਵਾਪਸ ਆਉਣਗੇ। ਆਪਣੇ ਦਾਗ ਧੋ ਕੇ ਵਾਪਸ ਆਉਣਗੇ ਮੇਰੇ ਘਰ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਸ ਵਾਸਤੇ ਸੀ ਇਹ ਧਰਮਸਾਲ। ਪਰ ਸਤਿਗੁਰ ਕਹਿੰਦੇ ਨੇ ਦਾਗ ਕੋਈ ਧੋਂਦਾ ਨਹੀਂ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀਂ ਜਾਏ। ਸਗੋਂ ਹੋਰ ਦਾਗ ਲਾ ਕੇ ਟੁਰਦਾ ਇੱਥੋਂ। ਆਇਆ ਧਰਮਸਾਲ ਸੀ, ਧਰਮਸਾਲ ਦਾ ਕੰਮ ਹੀ ਨਹੀਂ ਸ਼ੁਰੂ ਹੋਇਆ। ਤੋ ਮੇਰੇ ਪਾਤਸ਼ਾਹ ਕਹਿੰਦੇ ਇਸ ਧਰਮਸਾਲ ਵਿੱਚ ਤੇ ਸੰਸਾਰ ਵਿੱਚ ਫਿਰ ਕੀ ਹੈ ਧਰਤੀ ਤੇ। ਤਿਸ ਵਿੱਚ ਜੀ ਜੁਗਤ ਕੇ ਰੰਗ। ਮਹਾਰਾਜ ਕਹਿੰਦੇ ਤੂੰ ਧਿਆਨ ਤੇ ਮਾਰ, ਚਾਰ ਖਾਣੀਆਂ ਦੇ ਜੀਵ ਨੇ। ਅੰਡਜ, ਜੇਰਜ, ਸੇਤਜ, ਉਤਪੁਜ। ਸਭ ਤੋਂ ਜ਼ਿਆਦਾ ਉਤਪਤੀ ਜੀਵਾਂ ਦੀ ਜਿਹੜੀ ਹੈ ਉਹ ਆਂਡਿਆਂ ਵਿੱਚੋਂ ਹੈ। ਉਸ ਤੋਂ ਬਾਅਦ ਝਿੱਲੀ ਜ਼ੇਰ ਵਿੱਚੋਂ, ਜਿਵੇਂ ਮਨੁੱਖ ਦਾ ਬੱਚਾ ਪੈਦਾ ਹੁੰਦਾ ਹੈ। ਸੇਤ ਸਲਾਬ ਵਿੱਚੋਂ, ਮੌਇਸਚਰ। ਉਤਪੁਜ ਆ ਪਹਾੜਾਂ ਤੇ ਤੁਸੀਂ ਜਾਣਦੇ ਹੋ ਕਿ ਕੋਈ ਦਰਖਤ ਬੀਜਣ ਜਾਂਦਾ ਪਹਾੜਾਂ ਤੇ ਆਪੇ ਉੱਗ ਪੈਂਦੇ ਨੇ। ਘਾਹ ਕੋਈ ਫੁੱਟਪਾਥਾਂ ਤੇ ਬੀਜਦਾ, ਇਹਨੂੰ ਕਹਿੰਦੇ ਨੇ ਉਤਪੁਜ। ਮੇਰੇ ਪਾਤਸ਼ਾਹ ਕਹਿ ਰਹੇ ਨੇ ਤੂੰ ਇੱਧਰ ਧਿਆਨ ਤੇ ਮਾਰ। ਚਾਰੇ ਖਾਣੀਆਂ ਦੇ ਜੀਵ ਤੇ ਕਿੱਥੇ ਕਿੱਥੇ ਪਰਮੇਸ਼ਰ ਨੇ ਪੈਦਾ ਕੀਤੇ ਨੇ। ਮਾਫ ਕਰਨਾ, ਅੱਜ ਹਿੰਦੁਸਤਾਨ ਦਾ ਅਕਤੂਬਰ ਦਾ ਜਦੋਂ ਲਾਸਟ ਵੀਕ ਹੁੰਦਾ ਹੈ, ਚੰਡੀਗੜ੍ਹ ਦੀ ਝੀਲ ਦੀ ਆਏ ਸਾਲ ਟ੍ਰਿਬਿਊਨ ਅਖਬਾਰ 'ਚ ਫੋਟੋ ਆਉਂਦੀ ਹੈ, ਸਾਈਬੇਰੀਅਨ ਬਰਡਸ ਆਰ ਵੈਲਕਮ ਟੂ ਇੰਡੀਆ। ਸ਼ਾਇਦ ਤੁਸੀਂ ਵੀ ਕਦੀ ਪੜ੍ਹੀ ਹੋਵੇ, ਪਰ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਲਿਖਿਆ ਹੈ ਕਿ ਰਸ਼ੀਆ ਵਿੱਚ ਜਦੋਂ ਠੰਡ ਪੈਣੀ ਹੁੰਦੀ ਹੈ, ਉਸੇ ਵੇਲੇ ਮਰਗਾਬੀਆਂ ਆਪਣੇ ਬੱਚੇ ਉੱਥੇ ਛੱਡ ਕੇ ਟੁਰ ਜਾਂਦੀਆਂ ਇੰਡੀਆ। ਊਡੈ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਗੁਰੂ ਨਾਨਕ। ਅੱਜ ਸਾਇੰਸ ਉਹਨੂੰ ਵੇਖਦੀ ਪਈ ਹੈ। ਸਤਿਗੁਰੂ ਨੇ ਉਦੋਂ ਆਖਿਆ ਕਿ ਸਾਈਬੇਰੀਅਨ ਬਰਡਸ ਉੱਡ ਕੇ ਉੱਥੇ ਟੁਰ ਜਾਂਦੇ ਨੇ। ਇੱਥੇ ਵੀ ਤੁਹਾਡੇ ਜਿੱਥੇ ਟੈਂਪਰੇਚਰ ਘੱਟ ਹੁੰਦਾ, ਸ਼ਿਕਾਗੋ ਤੋਂ ਇੱਧਰ ਆ ਜਾਂਦੇ ਨੇ। ਤਾਂ ਗੁਰੂ ਸਾਹਿਬ ਕਿੰਨੀ ਬਖਸ਼ਿਸ਼ ਵਿਸਬਾਦ ਕਰਕੇ ਇੱਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਕਿ ਓਹੋ, ਇਹ ਜੀਵ, ਇਹ ਜੰਤ, ਇਹ ਪ੍ਰਕਿਰਤੀ ਦੇ ਸਾਰੇ ਇਹ ਗ੍ਰਹਿ ਨਛੱਤਰ ਆਪਸ ਵਿੱਚ ਚੱਲ ਰਹੇ ਨੇ। ਕਰੋੜਾਂ ਅਰਬਾਂ ਸੂਰਜ ਨੇ, ਗ੍ਰਹਿ ਨਛੱਤਰ ਨੇ, ਆਪਸ ਵਿੱਚ ਕਿਵੇਂ ਚੱਲ ਰਹੇ ਨੇ ਔਰ ਏਡੀ ਸਪੀਡ ਨਾਲ ਚੱਲ ਰਹੇ ਨੇ। ਤੇ ਕੌਣ ਮੈਨੇਜ ਕਰ ਰਿਹਾ ਹੈ? ਸੂਰਜ ਵਿਚਾਰਾ ਇੱਕ ਟਾਈਮ ਰਾਤੀ ਵੀ ਲੇਟ ਨਹੀਂ ਹੁੰਦਾ। ਕਦੀ ਸੂਰਜ ਨੇ ਆਖਿਆ ਨਹੀਂ ਅੱਜ ਮੈਂ ਲੇਟ ਹੋ ਗਿਆ, 2 ਘੰਟੇ ਠਹਿਰ ਜਾਵਾਂ। ਕਦੀ ਚੰਦਰਮਾ ਨੇ ਆਖਿਆ ਮੈਂ ਲੇਟ ਹੋ ਗਿਆ ਵਾਂ। ਪਰਮੇਸ਼ਰ ਨੇ ਐਸੀ ਬਖਸ਼ਿਸ਼ ਕੀਤੀ ਹੋਈ ਹੈ। ਇੱਥੋਂ ਜਾਂਦਾ ਹਿੰਦੁਸਤਾਨ, ਉੱਥੋਂ ਗੇੜਾ ਲਾ ਕੇ ਰਾਤੋਂ ਰਾਤੀ ਵਿਚਾਰਾ ਵਾਪਸ ਆਉਂਦਾ। ਮੈਂ ਆਪ ਜੀ ਨੂੰ ਸਤਿਗੁਰੂ ਨੇ ਆਖਿਆ ਉਹਦੇ ਭੈ ਵਿੱਚ ਚੱਲ ਰਹੇ ਨੇ। ਭੈ ਵਿੱਚ ਅਗਨ, ਭੈ ਵਿੱਚ ਪਾਣੀ ਹੈ, ਭੈ ਵਿੱਚ ਸਭ ਆਕਾਰ ਹੈ। ਬਾਕੀ ਦੀ ਗੱਲ ਛੱਡ ਦੋ। ਨਿਰਭਉ ਹਰਿ ਜੀਉ ਸੋਇ। ਇੱਥੋਂ ਤੇ ਧਰਮਸਾਲ ਦੀ ਯਾਤਰਾ ਸ਼ੁਰੂ ਹੁੰਦੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਧਰਮਸ਼ਾਲਾ ਗੁਰਦੁਆਰੇ ਪਾਰਟੀਆਂ ਨਹੀਂ ਹਨ। ਮੈਂ ਆਪ ਜੀ ਨੂੰ ਅਰਜ਼ ਕਰ ਦਿਆਂ, ਇਹ ਤੇ ਮਤ, ਮੈਂ ਹੁਣ ਕੀ ਲਫ਼ਜ਼ ਵਰਤਾਂ ਸਿੱਖਾਂ ਦੀ ਨਹੀਂ ਠੀਕ ਹੈ। ਨਾ ਹਿੰਦੁਸਤਾਨ
ਨਾ ਬਾਹਰ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਨ ਦੀ ਕੋਈ ਐਸੀ ਗੱਲ ਹੀ ਨਹੀਂ। ਇਹਦੇ ਨਾਲ ਤੈਨੂੰ ਪਾਸੇ ਰੱਖੋ। ਗੁਰੂ ਨਾਨਕ ਉੱਥੇ ਗਏ ਜਿਹੜੇ ਦੂਰ ਸਨ, ਉਹਨਾਂ ਨੂੰ ਜੋੜਿਆ ਹੈ। ਗੁਰੂ ਨਾਨਕ ਦਾ ਘਰ ਜੋੜਨਾ, ਸਿੱਖ ਦਾ ਕੰਮ ਜੋੜਨਾ ਹੈ, ਤੋੜਨਾ ਨਹੀਂ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੋ ਪਰਿਵਾਰਾਂ ਨੂੰ ਜੋੜਨਾ, ਦੋ ਭਰਾਵਾਂ ਨੂੰ ਜੋੜਨਾ, ਦੋ ਘਰਾਂ ਨੂੰ ਜੋੜਨਾ, ਦੋ ਮੁਹੱਲਿਆਂ ਨੂੰ ਜੋੜਨਾ, ਦੋ ਕੰਟਰੀਆਂ ਨੂੰ ਜੋੜਨਾ, ਇਹ ਜੋੜਨਾ ਹੈ। ਇਹ ਤੇ ਧਰਮਸਾਲ ਦਾ ਪਹਿਲਾ ਕਦਮ ਹੈ। ਆਪਣੇ ਮਨ ਨੂੰ ਗੁਰੂ ਨਾਲ ਜੋੜਨਾ, ਆਪਣੀ ਸੁਰਤ ਨੂੰ ਜੋੜਨਾ, ਆਪਣੀ ਮੱਤ ਨੂੰ ਜੋੜਨਾ, ਆਪਣੇ ਵਿਚਾਰਾਂ ਨੂੰ ਜੋੜਨਾ, ਇਹ ਹੈ ਕੰਮ ਧਰਮਸਾਲ ਦਾ। ਤੋ ਸਤਿਗੁਰੂ ਕਹਿ ਰਹੇ ਨੇ, ਇਹ ਜਿੰਨੇ ਵੀ ਕੁਦਰਤ ਕਾਇਨਾਤ ਵਿੱਚ ਜੀ ਨੇ, ਤਿੰਨ ਕੇ ਨਾਮ ਅਨੇਕ ਅਨੰਤ। ਸਤਿਗੁਰੂ ਕਹਿੰਦੇ ਇੱਕ ਦੀ ਬੋਲੀ ਨਹੀਂ ਮਿਲਦੀ, ਸੁਭਾਅ ਨਹੀਂ ਮਿਲਦਾ, ਕਰਮ ਨਹੀਂ ਮਿਲਦਾ, ਰੂਪ ਰੰਗ ਨਹੀਂ ਮਿਲਦਾ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਅੱਜ ਫਿੰਗਰਪ੍ਰਿੰਟ ਲੈਣ ਲੱਗੇ ਨਾ ਤੁਹਾਡੇ ਇੱਥੇ, ਕਾਹਦੇ ਵਾਸਤੇ ਲੈਂਦੇ ਨੇ? ਕਿਉਂਕਿ ਮਿਲਦੇ ਨਹੀਂ। ਜੇ ਇੱਕ ਦੂਜੇ ਨਾਲ ਮਿਲਦੇ ਹੋਣ, ਕਦੀ ਨਾ ਲੈਣ। ਪਰਮੇਸ਼ਰ ਨੇ ਬਣਾਏ ਨਾ ਫਿੰਗਰਪ੍ਰਿੰਟ। ਕਿੰਨੇ ਬਣਾਏ ਨੇ? ਹੋਰ ਕਿੰਨੇ ਬਣਾਏ ਨੇ? ਸੁਭਾਅ ਨਹੀਂ ਮਿਲਦਾ, ਕਰਮ ਨਹੀਂ ਮਿਲਦੇ, ਵਿਚਾਰਧਾਰਾ ਨਹੀਂ ਮਿਲਦੀ, ਰੂਪ ਰੰਗ ਨਹੀਂ ਮਿਲਦਾ। तो महाराज कहते हैं, पर एक गल सतगुरु कहते हैं, धर्मसाल का पहला कदम की है, याद रखी तेरे कर्मां दी विचार जरूर होएगी दरगाह विच, और वो कर रहा वेख रहा है, ये ना भुल्ली। भावें तू धर्मसाल विच है ते भावें तू पब विच है, कर्म तेरे वो देख रहा है। भावें तू क्लब विच है, वो कर्म तेरे देख रहा है, और ये भी देख रहा है कि मुंह तो की कह रहा है ते अंदर की कमा रहा है, ये भी देख रहा है। ये ध्यान रखें, ये कर्म तेरे नाल जाएगा, ये शरीर नहीं जाएगा। मैं बेनती कर दिया, सतगुरु दे बोल ने, आगे जात रूप ना जाए, तेहा होवे जेहे कर्म कमाए। ये रूप ते नहीं जाएगा, ये जात ते नहीं जाएगी, ये प्रभता ते नहीं जाएगी, ये सता ते नहीं जाएंगे, ये घर बंदर ते नहीं जाणगे, ये ऑफिस ते नहीं जाणगे, जमीनां ते नहीं जाणगियां, ये रिश्तेदार ते नहीं तेरे नाल जाणगे, पर तेरा कर्म तेरे नाल जाए। ते धर्मसाल विच आण के पहला काम ये, तू अपने कर्मां ते नजरसानी रख। इत्थों शुरू हुंदी जिंदगी। कर्मी कर्मी होए विचार। फिर सतगुरु ने नाल एक बड़ी बख्शिश कर दी, आख्या वो कर्मां दी विचार भी करदा ते वो आप सच्चा वे, ते उत्थे हुंदा भी फैसला सच्चा, रिश्वत नहीं चलती, सिफारिश भी नहीं चलती। ये ध्यान रख लें, उत्थे सच्चो ही सच निबड़ा है, चुन वड़ खड़े जजमाने, थाए न पायन कूड़ियार। सतगुरु कहते ये ध्यान करी, धर्मसाल का यह पहला कदम है, तेरे कर्मां दी विचार करेगा वो दे तो कर्म तू कोई छुपा के नहीं कर सकता। कर कर करना लिख ले जाओ, आपे बीज आपे ही खाओ। ये कर्म तेरे नाल जाएगा। इस वास्ते महाराज के कर्मी कर्मी होए विचार, सच्चा आप सच्चा दरबार। वो आप सच्चा है तो उहदा दरबार सच्चा है, उत्ते सिफारिश नहीं चलती, रिश्वत नहीं चलती, कोई अपील वकील दलील नहीं चलती। ये ध्यान कर लै। खेत शरीर जो बीजिए सो अंत खलोआ आए। जो इस शरीर रूपी खेत विच तू आन के इस धर्मसाल विच जो बीजेगा, याद रखी वो तेरे सामने आ जाएगा।
खेत शरीर जो बीजिया सो अंत खलोआ आए, नानक की प्रभ बेनती हर भावै बख्श मिलाए। मन आवन जान ना सुझे ना सुझै दरबार, माया मोह पलेटिया अंतर अज्ञान गुबार। तब नर सुता जागया सिर डंड लगा बहु भार, गुरमुखा करा ऊपर हर चेत्या से पायन मोख द्वार। नानक आप ओ उदरे सब कुटुंब तरह परवार। गुरु साहब कह रहे ने करमी करमी होए विचार सच्चा आप। फिर उत्थे की है, तिथै सोहन पंच परवान। महाराज कहने ओदी दरगाह विच भी जेड़े पंच ने, जिन्हां ने पंजां विकारां ते काबू पा लिया है, जिन्हां ने अपनियां वासनावां ते माड़े कर्मां ते इंद्रियां नूं रोक लिया है, वो परवान हुंदे ने, उन्हां नूं जी आया कहा जांदा है। गुरु नानक साहब की एक पंक्ति है बहुत डूंगी। सतगुरु कहने दृष्ट विकारी बंधन बांधा हों तिसकै बल जाई। जिनने अपने इंद्रियां नूं विकारां तो रोक लिया, गुरु नानक साहब कहते मैं तो वारने बलिहारने जाना। अखां तो किसी नूं माड़ा तकना जिन्हें रोक लिया, कन्नां नाल जिसने माड़ा सुनना रोक लिया है, जीभ नाल जिसने माड़ा बोलना ते खाना रोक लिया है, हत्थां नाल किसी दी चीज नूं स्पर्श करना रोक लिया है, याद रखना पैरां नूं माड़े थां तो जान तो रोक लिया है, मन विच माड़े विचारां नूं रोक लिया है, बुद्धि विच माड़े फैसले नूं रोक लिया। पूजन योग धर्मसार दृष्ट विकारी बंधन बांधे, जिन्हें विकारां दे तो अपनी दृष्टि नूं बन लिया है, हों तिसकै बल जाए। गुरु नानक पातशाह कहना तो वारने बलिहारने जाना वा, जिन्हों यह दात मिल गई है। एक आलम फाजिल जेड़ा है वह कहता चश्मो बंद, अखां नूं माड़ा तकणों बंद कर। गोशो बंद, फारसी च गोश करन नूं कहंदे ने, कन्नां नूं माड़ा सुनन तो बंद कर। लबा बंद, अपनी जुबान नूं माड़ा बोलन ते खान तो बंद कर। बर न जाबी नूरे हक बर मन बखन। जेकर तेरे नाल फिर भी परमात्मा ना बोले तो बेशक आण के मैनू गालां कड्डी। गर न जाबी नूरे हक, इनू ही कहंदे ने अनाहद नाद प्रगट होना। उन्होंने बाबा कबीर ने आख्या मूंद लिए दरवाजे बाजी ले अनहद बाजे। वो कल एक भैन जी मिले सर, मैनू पता नहीं अज आए ने कि नहीं आए, वो कह सन उन्होंने बख्शिश मेरे ते इस तरह की होई है। मैं क्या तुहाडे चरनां च नमस्कार है। असीं तो मर गए, भज भज गए, एवं ही हवाई जहाज़ां दे टायर ही पुराने कर छड़े। बेनती करा तुहानू, तो सतगुरु कह रहे ने करमी करमी होए विचार सच्चा आप सच्चा दरबार, तिथै सोहन पंच परवान। जिन्हां ने पंजां विकारां नूं जित लिया, वासनावां ते कंट्रोल कर लिया, संयम कर लिया, इंद्रियां ते संयम कर लिया। माफ कर देना, गड्डी बहुत वधिया होवे, बहुत ही वधिया होवे, पर विच ब्रेक ना होवे, कौन लाएगा? $20 की भी लैन नूं तैयार नहीं कोई। आखो भी बहुत वधिया गड्डी है, पेट्रोल बड़ा घट खांदी है, वेयर एंड टेयर भी सारी उम्र असीं मुफ्त देंगे, पर ब्रेक कोई नहीं। वो कहना मौत है, मैं की करनी है? तो ये गड्डी है ना, इंद्रिय ते ब्रेक ते संयम ते चाहिए है ना, ब्रेक ही कोई नहीं, फिर वो जिंदगी की है? तो मेरे पातशाह बख्शिश कर रहे ने, कृपा कर रहे ने, तिथै सोहन पंच परवान। महाराज कहते ने उत्थे जेड़े सुभाएबान हुंदे ने वो पंच ने, पुगे होए ने, नदरी करम पवै निशान, उन्हां ते गुरु दी रहमत दी बख्शिश दी मोहर लग गई है। जिवें किसी ऑफिसर कोल जाओ तो मोहर ला के साइन कर दिंदा है, साइन भी कीते हुण मोहर ना होवे, कहंदा नहीं जी मोहर ला दिओ। गुरु उन्हां ते मोहर ला दिंदा धर्मशाल विच आके, जा तेरा जीवन कड़िया गया है। यह है धर्मशाल। फिर सतगुरु ने अगे जाके गल बख्शिश की, वो मैं तुहाडे सामने रख के ते तुहाडे कोल आग्या लवां। आख्या
ਕੱਚ ਪਕਾਈ ਉਥੈ ਪਾਏ। ਸਤਿਗੁਰ ਕਹਿੰਦੇ ਮਤੇ ਸਮਝਦਾ ਹੋਵੇਂ ਵੀ ਚਾਰ ਲੋਕ ਮੈਨੂੰ ਇੱਥੇ ਚੰਗਾ ਕਹਿੰਦੇ ਨੇ ਤੇ ਮੈਂ ਬੜਾ ਚੰਗਾ ਵਾਂ, ਇੱਥੇ ਦੋ ਬੰਦੇ ਤੇਰੀ ਵਡਿਆਈ ਕਰਨ ਲੱਗ ਪਏ ਨੇ, ਕਿਸੇ ਅਕਲ ਕਰਕੇ, ਪੈਸਿਆਂ ਕਰਕੇ, ਕਥਾ ਦੇ ਦੋ ਲਫ਼ਜ਼ਾਂ ਕਰਕੇ, ਕੀਰਤਨ ਦੀਆਂ ਦੋ ਸਿਰਾਂ ਕਰਕੇ। ਇਹਨੂੰ ਨਾ ਸਮਝ ਲਈ, ਯਾਦ ਰੱਖੀ ਕੱਚੇ ਤੇ ਪੱਕੇ ਦਾ ਉਹਦੀ ਦਰਗਾਹ ਵਿੱਚ ਜਾ ਕੇ ਪਤਾ ਲੱਗਣਾ। ਕੱਚ ਪਕਾਈ ਉਥੈ ਪਾਏ। ਇਹ ਫੈਸਲਾ ਉਹਦੇ ਹੱਥ ਹੈ, ਲੋਕ ਐਸਟੀਮੇਟ ਲਾਉਂਦੇ ਨੇ। ਇਹ ਉਹ ਵੇਖ ਰਿਹਾ ਕੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਧਰਮਸਾਲ ਦੀ ਇਹ ਘਾੜਤ ਗੁਰੂ ਨੇ ਮੇਰੀ ਤੁਹਾਡੀ ਝੋਲੀ ਵਿੱਚ ਪਾ ਦਿੱਤੀ। ਮਾਣ ਨਾ ਕਰ ਬੈਠੀ ਕਿਧਰੇ, ਦੋ ਅੱਖਰ ਆ ਜਾਣ, ਕੁਝ ਕਲਾ ਆ ਜਾਏ, ਧਰਮਸਾਲ ਵਿੱਚ ਆਏਗਾ ਕਲਾ ਤੇ ਕੋਈ ਜਾਗੇਗੀ, ਇਹਦੇ ਚ ਕੋਈ ਸ਼ੱਕ ਹੈ ਨਹੀਂ। ਕੀਰਤਨ ਹੋਵੇ, ਕਥਾ ਹੋਵੇ, ਵਿਚਾਰ ਹੋਵੇ, ਕੋਈ ਬੋਲ ਹੋਵੇ, ਮਾਫ करना कला ते गुरु देगा, क्योंकि तू सर्व कला का ज्ञाता जो होया तो कोई ना कोई कला ते आवेगी। हुण उस कला दा तू हंकार बना बैठे कि मेरी है। माफ करना, हंकार ही ना कोई मैं बड़ा बड़ा डॉक्टर हाँ, मैं बड़ा बड़ा इंजीनियर हाँ, मैं बड़ा बड़ा पोएट हाँ। एक बीमारी थोड़ी चमड़ी है ते। इस वास्ते सतगुरु जी कह रहे ने कृपा कच पकाई उथै पाए। मैं बड़ा अमीर हाँ। गुरु साहब के कच्चे ते पक्के दा उत्थे पता लगना है जदों उन्हें हिसाब ते कीता भी ठीक है। नानक गया जापै जाए, तेनू जाके जीवात्मा नू पता लगना है भाई। इस वास्ते बाबा कबीर जी महाराज दा मैं अक्सर ये गल क्या करदा, जिथे बाबा कबीर फिरदे सन ना, टहलदे सन से कई शामां नूं जां किसी वेले, उत्थे एक वेसवा अपने कुत्ते नूं लैके सैर करांदी सी। एक दिन वेसवा ने बाबा कबीर नूं पुछ लिया, बाबा तू चंगा है कि मेरे कुत्ते दी पूछ चंगी है? गरीब जू सन। तो बाबा कबीर कहने लगे, बेटी अज ते नहीं दस सकदा, पर मेरा तेरा वायदा जान तो पहला दस जावांगा। कहते बाबा कबीर का आखिरी समा आया तो चेले नूं कहने लगे, जाओ वेसवा नूं बुला लिया। तो चेला कहना, सारी उम्र तो मैं तुहाडे नाल रहा, पिछली उम्र जान लगिया वेसवा नूं याद पे करदे हो। दूसरा सी कोल ओहदी शरधा सी, कहंदे मैं जाना। वो जाके बुला के लिया। बाबा कबीर कहने, बेटी तू मैनूं एक सवाल कीता सी एक दिन, मेरे कुत्ते की पूछ चंगी है कि तेरी दाढ़ी चंगी है? तो बाबा कबीर कहने लगे, उस दिन मैं तां नहीं सी कह सकिया भी पता नहीं हाली तो बेड़ी समुंदर विच है, किहड़े वेले कंढे लगन तो पहला उठ सकती है। आ तुहाडे सामने वो जिहड़ी बच्ची सी साडे करनाल दी कल्पना चावला, किन्ना कोई डिस्टेंस रह गया सी आउण दा थल्ले जदों क्रैश होया। बिल्कुल थोड़ा टाइम रह गया सी ना। अभी तो नाउ समुंदर में क्या जाना क्या होए। किन्नियां आसां ते उम्मीदां लाई बैठी सी कंट्री भी की राज लैके वो आ रही है, तो की होएगा। मैं आप जी नूं बेनती करा। तो बाबा कबीर जी कहने लगे, मैं तेन उदन तां नहीं सी आख्या, तेरे कुत्ते की पूछ ज्यादा चंगी सी, क्यों क्योंकि जगह साफ करके बैठता है, पता नहीं मेरी दाढ़ी नूं किसी वेले कोई कर्म ऐसा आ जाए, दाग ना लग जाए। पर अज मैं कह सकदा, गुरु की कृपा नाल मैं अपनी दाढ़ी उजली लैके जा रहा, तेरे कुत्ते नालों मेरी दाढ़ी चंगी है। कच पकाई उथै पाए, नानक गया जापै जाए। जाके पता लगना भाई, पहुंच के पता लगना, पुग के। इस वास्ते मैं बेनती की सी रात, सतगुरु गुरु ग्रंथ साहब जी महाराज ने जो सतगुरु ने लिखा है, लिखण तो पहला अंक नहीं पाया, समाप्ति ते पाया। की पता पूरा होना नहीं होना, बाकी सारे शास्त्रों च पहला पिया है। कभी नोट किया होगा तुसी। तो पातशाह कहते कच पकाई उथे पाए, नानक गया जापै जाए। इथों धर्मसाल शुरू हुंदी है भी कर्मां दा किसी ने लेखा पुछना है। ये सब सुप्रीम पावर ओदे हथ विच है। मैं इत्थे कुछ चंगे कर्म कमाण वास्ते आया, अपने कर्मां दा मैनूं हिसाब देना पैना है। ये जदों गल अंदर जाग जाती है, समझ लेना धर्मसाल विच एडमिशन हो जाती है। ये 5 खंड ने, बाकी 4 होर ने।
ਇਹ ਹੁਣ ਤੁਸੀਂ ਧਰਮਸਾਲ ਆਉਣ ਵਾਲੇ ਆਪਣੇ ਆਪਣੇ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਵਿੱਚ ਵੇਖਦੇ ਰਹਿਣਾ ਵੀ ਇਹ ਧਰਮਸਾਲ ਹੈ ਕੀ ਹੈ। ਕਰੀ ਕਿਰਪਾ ਬਖਸ਼ਿਸ਼ ਕਰਨੀ। ਇੰਨੀ ਹਾਜ਼ਰੀ ਇੰਨਾ ਅੰਜਲ ਸੀ ਮੇਰਾ ਜੋ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਲਿਖਿਆ ਸੀ। ਆਪ ਦੇ ਦਰਸ਼ਨ ਹੋਏ ਨੇ। ਆਪ ਜੀ ਨੇ ਬੜਾ ਪਿਆਰ ਕੀਤਾ ਹੈ, ਬੜਾ ਸਤਿਕਾਰ ਕੀਤਾ ਹੈ ਗੁਰੂ ਦੇ ਸ਼ਬਦ ਦਾ। ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ। ਸਤਿਗੁਰੂ ਤੁਹਾਡੇ ਤੇ ਰਹਿਮਤ ਕਰਨ, ਆਪ ਦੀ ਪਵਿੱਤਰ ਬਾਣੀ ਨਾਲ ਜੋੜ ਕੇ ਰੱਖਣ, ਤੁਹਾਡੇ ਘਰਾਂ ਵਿੱਚ ਸੁਖ ਸ਼ਾਂਤੀ ਬਖਸ਼ਣ, ਬੱਚਿਆਂ ਨੂੰ ਗੁਰਸਿੱਖੀ ਤੇ ਗੁਰਮਤਿ ਬਖਸ਼ਣ ਤੇ ਮੈਨੂੰ ਅਸੀਸ ਦੇਣਾ। ਮੇਰੀ ਜ਼ਿੰਦਗੀ ਜਿੰਨਾ ਚਿਰ ਵੀ ਮੇਰੇ ਸਵਾਸੇ ਰਹਿਣ, ਮੈਂ ਆਪਣੇ ਗੁਰੂ ਦਾ ਹੋਕਾ ਦੇ ਸਕਾਂ। ਇਹ ਸਰੀਰ ਨੂੰ ਸਮਰੱਥਾ ਗੁਰੂ ਰੱਖੇ, ਜਿੰਨਾ ਚਿਰ ਵੀ ਰਹੇ ਇਹ ਗੁਰੂ ਦੀ ਵਡਿਆਈ ਕਰ ਸਕੇ। ਜਿੱਦਣ ਇਹ ਵਡਿਆਈ ਨਾ ਕਰ ਸਕੇ ਉਦਣ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ, ਪਾਤਸ਼ਾਹ ਇਹਨੂੰ ਆਪਣੇ ਚਰਨਾਂ ਨਾਲ ਲਾ ਕੇ ਸ਼ਬਦ ਨਾਲ ਲੈ ਜਾਈ। ਇਹ ਤੇਰੀ ਵਡਿਆਈ ਵਾਸਤੇ ਤੂੰ ਬਖਸ਼ਿਆ ਹੈ, ਇਹ ਹੋ ਸਕੇ ਇਹ ਤੁਹਾਡੀਆਂ ਬਖਸ਼ਾਂ ਨੇ। ਤੋ ਬਹੁਤ ਸਾਰੀਆਂ ਊਣਤਾਈਆਂ ਮੇਰੀਆਂ ਜਾਣ ਕਰਕੇ ਆਪ ਜੀ ਨੇ ਮਾਫ ਕਰ ਦੇਣਾ। ਇੱਕੋ ਹੀ ਗੱਲ ਮੈਂ ਕਹਿ ਦਿਆਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਤੁਸੀਂ ਵੀ ਜੁੜੋ, ਮੈਨੂੰ भी आशीष दो, मैं भी जुड़ा। तेरी पनाह में आकर सभी दुख दूर होते हैं, अंधेरे में भटकने वाले भी पुरनूर होते हैं। तेरे तो दर की खाक भी अक्सीर है मेरे सतगुर, तेरे चरणों में झुककर पत्थर भी कोहे नूर होते हैं। वाहेगुरु जी का खालसा, वाहेगुरु जी की फतेह।